प्रॉपर्टी जिहड़ी है वो खेतीबाड़ी नाल संबंधित पुश्तैनी है कि उस इंसान नूं अपनी वो प्रॉपर्टी सिद्धे बेचण दा अख्तियार है जां कि उहदे बच्चिआं दा भी उहदे उत्ते अख्तियार हुंदा। सो ये थोड़ा जिहा स्पष्ट जिहड़ा फादर दी प्रॉपर्टी अपनी सैल्फ परचेज प्रॉपर्टी नहीं है, बीइंग ये प्रॉपर्टी सैल्फ एंसेस्ट्रल प्रॉपर्टी है अकॉर्डिंग टू लॉ। ये प्रॉब्लम ज़्यादा एनआरआई केसेस 'ਚ ਹੁੰਦੀ ਕਿਉਂਕਿ ਬੰਦਾ ਬਾਹਰ ਬੈਠੇ ਹੁੰਦਾ, ਉਹਨਾਂ ਅਫੈਕਸ਼ਨ ਘਟ ਜਾਂਦੀ ਹੈ। ਫਿਰ ਉਹ ਕੀ ਕਰ ਸਕਦੇ ਆ, ਉਹਨਾਂ ਨੂੰ ਕੇਸ ਫਾਈਲ ਕਰਨਾ ਪਏਗਾ ਉਸ ਕੰਸਰਨ ਟ੍ਰਾਂਸਫਰ ਡੀਡ ਜਾਂ ਸੇਲ ਡੀਡ ਜਾਂ ਕੋਈ ਵੀ ਡਾਕੂਮੈਂਟ ਜਿਹੜੀ ਪ੍ਰਾਪਰਟੀ ਐਲੀਨੇਟ ਕੀਤੀ ਆ, ਈਵਨ ਮੌਰਗੇਜ ਵੀ, ਉਹਨੂੰ ਚੈਲੰਜ ਕਰਕੇ ਉਹਨਾਂ ਨੂੰ ਤੋੜਿਆ ਜਾ ਸਕਦਾ ਹੈ ਐਜ਼ ਪਰ ਲਾਅ ਤੇ ਆਪਣਾ ਰਾਈਟ ਕਲੇਮ ਕੀਤਾ ਜਾ ਸਕਦਾ। ਪ੍ਰੋਪਰਟੀ ਦੇ ਸੰਬੰਧ ਵਿੱਚ ਜਿਹੜਾ ਹੈ ਖਾਸ ਕਰਕੇ ਪੈਰੈਂਟਲ ਪ੍ਰੋਪਰਟੀ ਉਹਦੇ ਵਿੱਚ ਲੜਕੀਆਂ ਦਾ ਅਖਤਿਆਰ ਕਿੱਥੇ ਸਟੈਂਡ ਕਰਦਾ? ਸਾਡੇ ਹਿੰਦੂ ਸੁਕਸੈਸ਼ਨ ਐਕਟ ਦੇ ਵਿੱਚ ਸਿਰਫ ਲੜਕੇ ਹੀ ਕੋਪਾਰਟਨਰ ਹੁੰਦੇ ਸੀ ਜੀ। ਜਿਸ ਘਰ ਦੇ ਵਿੱਚ ਲੜਕੇ ਔਰ ਲੜਕੀਆਂ ਲੜਕੀਆਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਗਵਰਨਮੈਂਟ ਨੇ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਕੋਪਾਰਟਨਰ ਬਣਾਤਾ। ਹੁਣ ਲੜਕਿਆਂ ਦੇ ਐਟ ਪਾਰ ਲੜਕੀਆਂ ਕੋਪਾਰਟਨਰ ਆ ਔਰ ਉਹਨਾਂ ਦਾ ਵੀ ਪ੍ਰਾਪਰਟੀ 'ਤੇ ਬਰਾਬਰ ਦਾ ਰਾਈਟ ਹੈ ਜਿੱਦਾਂ ਲੜਕਿਆਂ ਦਾ। ਸੇਮ ਰਾਈਟ ਜੋ ਲੜਕਿਆਂ ਨੂੰ ਮਿਲੇ ਆ, ਸੇਮ ਰਾਈਟ ਉਹ ਲੜਕੀਆਂ ਨੂੰ 2005 ਤੋਂ ਮਿਲ ਗਏ। ਪ੍ਰੋਪਰਟੀ ਜਿਹੜੀ ਜੱਦੀ ਪੁਸ਼ਤੈਨੀ ਹੈ ਜੀ, ਬਾਪ ਦੇ ਕੋਲ ਪ੍ਰੋਪਰਟੀ, ਉਹਦੇ ਅੱਗੇ 3 ਬੱਚੇ ਜਾਂ ਅੱਗੇ ਪੀੜ੍ਹੀ ਅਗਲੀ ਜਿਹੜੀ ਹੈ। ਜੀ ਕੋਈ ਐਸੀ ਸਥਿਤੀ ਵੀ ਹੈ ਜਿਹਦੇ ਵਿੱਚ ਬਾਪ ਜਿਹੜਾ ਹੈ ਉਹ ਪ੍ਰੋਪਰਟੀ ਜਿਹੜੀ ਉਸ ਨੂੰ ਯੂਟਿਲਾਈਜ਼ ਕਰ ਸਕਦਾ, ਵੇਚ ਸਕਦਾ, ਲੇਕਿਨ ਪਰਿਵਾਰ ਦੀ ਸਹਿਮਤੀ ਜਿਹੜੀ ਉਹਦੇ ਨਾਲ? ਦੇਖੋ ਸੰਜੀਵ ਜੀ, ਸਾਡੇ ਹਿੰਦੂ ਸੁਕਸੈਸ਼ਨ ਐਕਟ ਦੇ ਵਿੱਚ ਉਹ ਕੰਸਰਨਡ ਬਾਪ ਜਿਹਨੂੰ ਪ੍ਰੋਪਰਟੀ ਐਂਸੈਸਟਰਲ ਪ੍ਰੋਪਰਟੀ ਆਈ ਹੈ ਆਪਣੇ ਫਾਦਰ ਤੋਂ, ਗ੍ਰੇਟ ਗ੍ਰੈਂਡਫਾਦਰ ਤੋਂ, ਉਹ ਹੈੱਡ ਆਫ ਦੀ ਫੈਮਿਲੀ ਆਪਣੇ ਸ਼ੇਅਰ ਤੇ, ਤੁਹਾਨੂੰ ਮੈਂ ਆਲਰੇਡੀ ਦੱਸਿਆ, ਆਪਣੇ ਸ਼ੇਅਰ ਤੋਂ ਡਿਸਪੋਜ਼ ਆਫ ਕਰ ਸਕਦਾ। ਇਹਨਾਂ ਨਹੀਂ ਮੰਨਦਾ ਉਹ ਕਿਸੇ ਦਾ ਆਪਣੇ ਬੱਚਿਆਂ ਦਾ ਸ਼ੇਅਰ ਵੀ 3 ਸਿਚੁਏਸ਼ਨ ਦੇ ਵਿੱਚ ਯੂਜ਼ ਯੂਟਿਲਾਈਜ਼ ਕਰ ਸਕਦਾ, ਸੇਲ ਕਰ ਸਕਦਾ ਹੈ। ਪ੍ਰੀਵੀ ਕਾਉਂਸਲ ਦਾ ਡਿਸੀਜਨ ਵੀ ਅੱਜ ਹੀ ਫੋਲੋ ਹੋ ਰਿਹਾ। ਉਹਨਾਂ ਨੇ ਪ੍ਰੀਵੀ ਕਾਉਂਸਲ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਆ 3 ਚੀਜ਼ਾਂ ਫॉर ਲੀਗਲ ਨੈਸੈਸਿਟੀ, ਫॉर ਬੈਨੀਫਿਟ ਆਫ ਅ ਸਟੇਟ ਐਂਡ ਫॉर ਡਿਸਚਾਰਜ ਆਫ ਇੰਡਿਸਪੈਂਸੇਬਲ ਡਿਊਟੀਜ਼, ਇਨ 3 ਸਿਚੁਏਸ਼ਨ ਦੇ ਵਿੱਚ ਕਰਤਾ ਆਪਣੇ ਸ਼ੇਅਰ ਦੇ ਨਾਲ ਆਪਣੇ ਬਾਕੀ ਕੋਪਾਰਟਨਰ ਦਾ ਸ਼ੇਅਰ ਵੀ ਡਿਸਪੋਜ਼ ਆਫ ਕਰ ਸਕਦਾ ਹੈ ਜਾਂ ਪ੍ਰਾਪਰਟੀ ਨੂੰ ਮੌਰਗੇਜ ਕਰ ਸਕਦਾ। ਤਿਰਛੀ ਨਜ਼ਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਐਨਆਰਆਈ ਅਦਾਲਤ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ। ਦੋਸਤੋ, ਅੱਜ ਅਸੀਂ ਪੇਂਡੂ ਜਿਹੜੀਆਂ ਖੇਤਰ ਦੀਆਂ ਜਿਹੜੀਆਂ ਪ੍ਰਾਪਰਟੀਜ਼ ਆ ਐਨਆਰਆਈ ਭਰਾਵਾਂ ਦੀਆਂ, ਸੋ ਉਹਦੇ ਵਿੱਚ ਕੀ ਦਿੱਕਤਾਂ ਨੇ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਔਰ ਸਰਕਾਰ ਨੇ ਕੀ ਉਹਨਾਂ ਵਾਸਤੇ ਮਾਨਯੋਗ ਅਦਾਲਤਾਂ ਨੇ ਕੀ ਸਮਾਧਾਨ ਕੀਤੇ ਨੇ, ਸੋ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਔਰ ਸਾਡੇ ਨਾਲ ਬਹੁਤ ਹੀ ਸੀਨੀਅਰ ਲਾਇਰ ਜਿਹੜੇ ਅਪਨੀਤ ਬੱਸੀ ਜੀ ਮੌਜੂਦ ਨੇ। ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਸਰ। ਅਸੀਂ ਪਿਛਲੇ ਐਪੀਸੋਡ ਦੇ ਵਿੱਚ ਆਮ ਤੌਰ 'ਤੇ ਜਿਹੜੀਆਂ ਐਨਆਰਆਈਜ਼ ਦੀਆਂ ਅਰਬਨ ਏਰੀਆਜ਼ ਦੀਆਂ ਪ੍ਰਾਪਰਟੀਜ਼ ਉਹਦੇ ਉੱਤੇ ਚਰਚਾ ਕੀਤੀ ਸੀ। ਸੋ ਹੁਣ ਅਸੀਂ ਪੇਂਡੂ ਖੇਤਰ ਦੇ ਵਿੱਚ ਜਿਹੜੀਆਂ ਪ੍ਰਾਪਰਟੀਜ਼ ਆ ਖਾਸ ਕਰਕੇ ਖੇਤੀਬਾੜੀ ਨਾਲ ਸੰਬੰਧਿਤ ਉਹਦੇ ਉੱਤੇ ਚਰਚਾ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੂੰਗਾ ਕਿ ਕਿਸੇ ਇਨਸਾਨ ਦੀ ਪ੍ਰੋਪਰਟੀ ਜਿਹੜੀ ਹੈ ਉਹ ਖੇਤੀਬਾੜੀ ਨਾਲ ਸੰਬੰਧਿਤ ਪੁਸ਼ਤੈਨੀ ਹੈ ਕਿ ਉਸ ਇਨਸਾਨ ਨੂੰ ਆਪਣੀ ਉਹ ਪ੍ਰੋਪਰਟੀ ਸਿੱਧੇ ਵੇਚਣ ਦਾ ਅਖਤਿਆਰ ਹੈ ਜਾਂ ਕਿ ਉਹਦੇ ਬੱਚਿਆਂ ਦਾ ਵੀ ਉਹਦੇ ਉੱਤੇ ਅਖਤਿਆਰ ਹੁੰਦਾ। ਸੋ ਇਹ ਥੋੜਾ ਜਿਹਾ ਸਪਸ਼ਟ ਜਿਹੜਾ ਇਹ ਨਾਰਮਲ ਕੋਡ ਦੇ ਵਿੱਚ ਇਹ ਕੇਸਿਸ ਆਉਂਦੇ ਹੀ ਹੈ ਜਿਹੜਾ ਤੁਸੀਂ ਕੁਐਸਚਨ ਪੁੱਛਿਆ, ਔਰ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਸੰਜੀਵ ਜੀ। ਨਾਰਮਲੀ ਕੀ ਹੁੰਦਾ, ਸਾਡਾ ਹਿੰਦੂ ਲਾਅ ਐਪਲੀਕੇਬਲ ਹੈ ਜੀ ਇਨ ਰਿਗਾਰਡ ਟੂ ਪ੍ਰੋਪਰਟੀਜ਼। ਇਹਦੇ ਵਿੱਚ ਕੀ ਹੁੰਦਾ ਹੈ, ਇੱਕ ਫਾਦਰ ਦੇ ਦਾਦੇ ਦੇ ਨਾਂ 'ਤੇ ਗ੍ਰੈਂਡਫਾਦਰ ਜਾਂ ਗ੍ਰੇਟ ਗ੍ਰੈਂਡਫਾਦਰ ਦੇ ਨਾਂ 'ਤੇ ਪ੍ਰੋਪਰਟੀ ਬੀਇੰਗ ਓਨਰ ਆ ਰਹੀ ਆ। ਉਹਨਾਂ ਦੇ ਗ੍ਰੇਟ ਗ੍ਰੈਂਡਫਾਦਰ ਦੀ ਡੈਥ ਹੋ ਜਾਂਦੀ ਹੈ, ਪ੍ਰੋਪਰਟੀ ਆ ਜਾਂਦੀ ਹੈ ਗ੍ਰੈਂਡਫਾਦਰ ਦੇ ਨਾਂ 'ਤੇ ਜੀ। ਉਹ ਗ੍ਰੈਂਡਫਾਦਰ ਤੋਂ ਬਾਅਦ ਪ੍ਰੋਪਰਟੀ ਆ ਜਾਂਦੀ ਫਾਦਰ ਦੇ ਨਾਂ 'ਤੇ। ਅੱਗੇ ਉਹਨਾਂ ਦੇ ਬੱਚੇ ਆ। ਹੁਣ ਜਿਹੜੀ ਜਮ੍ਹਾਂਬੰਦੀ ਹੈ ਜਿਹਦੇ 'ਚ ਟਾਈਟਲ ਹੈ ਰਿਫਲੈਕਟ ਕਰਦਾ ਕਿ ਹੂ ਇਜ਼ ਓਨਰ ਜੀ, ਜਿਹਨੂੰ ਫਰਜ਼ ਜਮ੍ਹਾਂਬੰਦੀ ਅਸੀਂ ਨਾਰਮਲ ਲੈਂਗੁਏਜ ਬੋਲ ਦਿੰਦੇ ਹਾਂ। ਉਹਦੇ ਵਿੱਚ ਬੱਚਿਆਂ ਦਾ ਵੀ ਰਾਈਟ ਹੈ ਕਿਉਂਕਿ ਉਹ ਫਾਦਰ ਦੀ ਪ੍ਰਾਪਰਟੀ ਆਪਣੀ ਸੈਲਫ ਪਰਚੇਜ਼ ਪ੍ਰਾਪਰਟੀ ਨਹੀਂ ਆ, ਬੀਇੰਗ ਇਹ ਪ੍ਰਾਪਰਟੀ ਸੈਲਫ ਐਂਸੈਸਟਰਲ ਪ੍ਰਾਪਰਟੀ ਹੈ ਅਕੋਰਡਿੰਗ ਟੂ ਲਾਅ ਜੀ। ਬਟ ਉਸ ਜਮ੍ਹਾਂਬੰਦੀ ਦੇ ਵਿੱਚ ਉਸ ਮਾਲਕੀ ਵਾਲੇ ਦਸਤਾਵੇਜ਼ ਦੇ ਵਿੱਚ ਪ੍ਰਾਪਰਟੀ ਸ਼ੋ ਕਰਦੀ ਆ ਬੀਇੰਗ ਓਨਰ ਉਸ ਕੰਸਰਨਡ ਫਾਦਰ ਦੀ, ਔਰ ਫਾਦਰ ਕਿਸੇ ਵੇਲੇ ਕੀ ਕਰਦਾ ਹੈ, ਉਹ ਪ੍ਰਾਪਰਟੀ ਨੂੰ ਵੇਚ ਦਿੰਦਾ ਹੈ ਸਾਰੀ ਨੂੰ ਜਾਂ ਕਿਸੇ ਇੱਕ ਬੱਚੇ ਨੂੰ ਟ੍ਰਾਂਸਫਰ ਕਰ ਦਿੰਦਾ ਬਾਈ ਵੇ ਆਫ ਟ੍ਰਾਂਸਫਰ ਡੀਡ ਜਾਂ ਵਟ ਐਵਰ ਇਟ ਇਜ਼, ਇਨ ਐਨੀ ਅਦਰ ਫਾਰਮ, ਕਿਸੇ ਤਰੀਕੇ ਵੀ ਉਹਨੂੰ ਐਲੀਨੇਟ ਕਰ ਦਿੰਦਾ। ਉਸ ਸਿਚੁਏਸ਼ਨ ਦੇ ਵਿੱਚ ਉਹ ਕੰਸਰਨਡ ਜਾਂ ਐਨਆਰਆਈ ਹੋਣਗੇ ਜਿਹੜੇ ਬਾਹਰ ਬੈਠੇ ਆ। ਖਾਸ ਕਰ ਇਹ ਪ੍ਰੋਬਲਮ ਜ਼ਿਆਦਾ ਐਨਆਰਆਈ ਕੇਸਿਸ 'ਚ ਹੁੰਦੀ ਕਿਉਂਕਿ ਬੰਦਾ ਬਾਹਰ ਬੈਠੇ ਹੁੰਦਾ, ਉਹਨਾਂ ਅਫੈਕਸ਼ਨ ਘਟ ਜਾਂਦੇ ਆ। ਫਿਰ ਉਹ ਕੀ ਕਰ ਸਕਦੇ ਆ, ਉਹਨਾਂ ਨੂੰ ਕੇਸ ਫਾਈਲ ਕਰਨਾ ਪਏਗਾ ਉਸ ਕੰਸਰਨ ਟ੍ਰਾਂਸਫਰ ਡੀਡ ਜਾਂ ਸੇਲ ਡੀਡ
ਜਾਂ ਕੋਈ ਵੀ ਡਾਕੂਮੈਂਟ ਜਿਹੜੀ ਪ੍ਰਾਪਰਟੀ ਐਲੀਨੇਟ ਕੀਤੀ ਆ, ਈਵਨ ਮੌਰਗੇਜ ਵੀ, ਉਹਨੂੰ ਚੈਲੰਜ ਕਰਕੇ ਉਹਨਾਂ ਨੂੰ ਤੋੜਿਆ ਜਾ ਸਕਦਾ ਹੈ ਐਜ਼ ਪਰ ਲਾਅ, ਤੇ ਆਪਣਾ ਰਾਈਟ ਕਲੇਮ ਕੀਤਾ ਜਾ ਸਕਦਾ। ਸੋ ਇਹਦੇ ਵਿੱਚ ਕੀ ਲੜਕੀਆਂ ਨੂੰ ਵੀ ਇਖਤਿਆਰ ਬਰਾਬਰ ਦਾ ਦਿੱਤਾ ਗਿਆ, ਕਿਉਂਕਿ ਹਿੰਦੂ ਮੈਰਿਜ ਐਕਟ ਦੇ ਅਕੋਰਡਿੰਗਲੀ ਲੜਕੀਆਂ ਨੂੰ ਵੀ ਅਧਿਕਾਰ ਮਿਲੇ ਹੋਏ। ਸੋ ਪ੍ਰਾਪਰਟੀ ਦੇ ਸੰਬੰਧ ਵਿੱਚ ਜਿਹੜਾ ਹੈ, ਖਾਸ ਕਰਕੇ ਪੈਰੈਂਟਲ ਪ੍ਰਾਪਰਟੀ, ਉਹਦੇ ਵਿੱਚ ਲੜਕੀਆਂ ਦਾ ਅਖਤਿਆਰ ਕਿੱਥੇ ਸਟੈਂਡ ਕਰਦਾ? ਸੰਜੀਵ ਜੀ, ਇਹ ਜਿਹੜਾ ਤੁਸੀਂ ਬਹੁਤ ਇੰਪੋਰਟੈਂਟ ਕੁਐਸਚਨ ਪੁੱਛਿਆ, ਦੇਖੋ ਸਾਡੇ ਹਿੰਦੂ ਸੁਕਸੈਸ਼ਨ ਐਕਟ 1925 ਹੈ ਜੀ, ਜਿਹੜਾ ਕਿ ਐਪਲੀਕੇਬਲ ਹੈ ਇਨ ਰਿਗਾਰਡ ਟੂ ਪ੍ਰਾਪਰਟੀਜ਼, ਕਿ ਪ੍ਰਾਪਰਟੀ ਕਿੱਦਾਂ ਸੁਕਸੀਡ ਹੋ ਪਾਣੀ, ਅੱਗੇ ਸੁਕਸੈਸ਼ਨ ਕਿੱਦਾਂ ਪ੍ਰਾਪਰਟੀ ਦਾ ਜਾਣਾ ਜੀ। ਸਾਡੇ ਹਿੰਦੂ ਸੁਕਸੈਸ਼ਨ ਐਕਟ ਦੇ ਵਿੱਚ ਸਿਰਫ ਲੜਕੇ ਹੀ ਕੋ-ਪਾਰਟਨਰ ਹੁੰਦੇ ਸੀ ਜੀ, ਬਟ ਇਹ ਮੈਟਰ ਹੁਣ ਤੁਸੀਂ ਦੇਖੋ ਨਾ, ਜਿਸ ਘਰ ਦੇ ਵਿੱਚ ਲੜਕੇ ਔਰ ਲੜਕੀਆਂ, ਲੜਕਿਆਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਜੀ। ਔਰ ਇਹ ਕੁਐਸਚਨ ਗਵਰਨਮੈਂਟ ਕੋ ਵੀ ਆਇਆ 2005 ਤੋਂ। ਗਵਰਨਮੈਂਟ ਨੇ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਕੋ-ਪਾਰਟਨਰ ਬਣਾਤਾ। ਹੁਣ ਲੜਕਿਆਂ ਦੇ ਐਟ ਪਾਰ ਲੜਕੀਆਂ ਕੋ-ਪਾਰਟਨਰ ਆ। ਹਿੰਦੂ ਸੁਕਸੈਸ਼ਨ ਐਕਟ ਦੇ ਵਿੱਚ ਵਰਡ ਕੋ-ਪਾਰਟਨਰ ਯੂਜ਼ ਆ, ਔਰ ਉਹਨਾਂ ਦਾ ਵੀ ਪ੍ਰਾਪਰਟੀ 'ਤੇ ਬਰਾਬਰ ਦਾ ਰਾਈਟ ਆ ਜਿੱਦਾਂ ਲੜਕਿਆਂ ਦਾ ਰਾਈਟ ਆ। ਸੇਮ ਰਾਈਟ ਜੋ ਲੜਕਿਆਂ ਨੂੰ ਮਿਲੇ ਆ, ਸੇਮ ਰਾਈਟ ਉਹ ਲੜਕੀਆਂ ਨੂੰ 2005 ਤੋਂ ਮਿਲ ਗਏ ਜੀ। ਸੋ ਇੱਕ ਚੀਜ਼ ਜਿਹੜੀ ਆਮ ਤੌਰ ਤੇ ਸਾਡੇ ਪੇਂਡੂ ਖੇਤਰ ਵਿੱਚ ਦੇਖਣ ਨੂੰ ਮਿਲਦੀ ਕਿ ਐਗਰੀਕਲਚਰ ਲੈਂਡ ਜਿਹੜੀ ਆ ਉਹਨੂੰ ਠੇਕੇ ਉੱਤੇ ਦੇ ਦਿੱਤਾ ਜਾਂਦਾ ਜੀ। ਉਹ ਕੋਈ ਵਿਅਕਤੀ ਉੱਥੇ ਖੇਤੀਬਾੜੀ ਕਰਦੇ ਔਰ ਲੰਬੇ ਅਰਸੇ ਤੋਂ ਔਰ ਬਿਨਾਂ ਕਿਸੇ ਲਿਖਤ ਪੜ੍ਹ ਤੋਂ ਨਾਰਮਲੀ ਇਹ ਜਿਹੜਾ ਠੇਕਾ ਪਟਾ ਦਿੱਤਾ ਜਾਂਦਾ ਜੀ। NRI ਬਾਹਰ ਬੈਠਾ, ਲੇਕਿਨ ਉਹ ਜਿਹੜਾ ਪੱਟੇ ਦੇ ਉੱਤੇ ਜਿਹਨੇ ਜ਼ਮੀਨ ਉਹ ਠੇਕੇ ਦੇ ਉੱਤੇ ਲਈ ਹੋਈ ਹੈ, ਉਹਦੀ ਆਪਣੀ ਮਲਕੀਅਤ ਸਮਝਣ ਲੱਗ ਜਾਂਦਾ, ਜਾਂ ਉਸ ਸਥਿਤੀ ਵਿੱਚ ਕੀ NRI ਜਾਂ ਪ੍ਰਾਪਰਟੀ ਓਨਰ ਜਿਹੜਾ ਹੈ ਆਪਣੀ ਪ੍ਰਾਪਰਟੀ ਨੂੰ ਕਿੱਦਾਂ ਸੇਵ ਕਰ ਸਕਦਾ, ਕਿੱਦਾਂ ਬਚਾ ਸਕਦਾ? ਇਹ ਸਮੱਸਿਆ ਜ਼ਿਆਦਾ ਜਿਹੜੀ ਹੁੰਦੀ ਹੈ ਨਾ ਸੰਜੀਵ ਜੀ, ਇਹ ਸਮੱਸਿਆ NRI ਨੂੰ ਹੀ ਹੁੰਦੀ ਹੈ ਜੀ। NRI ਇੱਕ ਬੰਦਾ ਹੁਣ ਚਲੇ ਜਾਂਦਾ ਫੋਰਨ, ਜਿੱਥੇ ਵੀ ਅਬਰੋਡ ਰਹਿੰਦਾ, ਕਿਉਂਕਿ ਉਹਦੇ ਬਿਜ਼ਨੈਸਿਸ ਉੱਥੇ ਹੈ ਜਾਂ ਜੋ ਵੀ ਉੱਥੇ ਜੌਬ ਕਰਦਾ, ਉਹਦੀ ਪੇਰੈਂਟਲ ਤੇ ਪ੍ਰਾਪਰਟੀ ਹੈ ਜਾਂ ਕੁਝ ਸੈਲਫ ਅਕਵਾਇਰਡ ਪ੍ਰਾਪਰਟੀ ਹੈ। ਉਸ ਸਿਚੁਏਸ਼ਨ 'ਚ ਕੀ ਹੁੰਦਾ, ਉਹ ਕਿਸੇ ਨਾ ਕਿਸੇ ਨੂੰ ਪ੍ਰਾਪਰਟੀ ਹੈਂਡਓਵਰ ਕਰ ਦਿੰਦਾ, ਤੂੰ ਇਹ ਪ੍ਰਾਪਰਟੀ ਜਾਂ ਤਾਂ ਮਾਮਲੇ ਤੇ ਲੈ ਜਾਂ ਵੈਸੇ ਮੇਰੀ ਪ੍ਰਾਪਰਟੀ ਦੇ ਜੋ ਵੀ ਪ੍ਰੋਸੀਡਸ ਆਉਂਦੇ ਆ, ਜੋ ਵੀ ਪ੍ਰੋਫਿਟਸ ਆਉਂਦੇ ਆ, ਉਹਨੂੰ ਯੂਜ਼ ਕਰ, ਬਟ ਮੇਰੀ ਪ੍ਰਾਪਰਟੀ ਪ੍ਰੋਟੈਕਟ ਰਵੇ, ਜਾਂ ਪ੍ਰਾਪਰਟੀ ਠੇਕੇ ਤੇ ਦੇ ਜਾਂਦਾ। ਉਹ ਜਿਹੜਾ ਕੰਸਰਨਡ ਬੰਦਾ ਹੁੰਦਾ, ਨਾਰਮਲੀ ਕੇਸਿਸ 'ਚ ਦੇਖਿਆ ਗਿਆ ਹੈ, ਕੁਝ ਜਿਹੜੇ ਸ਼ਰੀਊਡ ਨੇਚਰ ਦੇ ਚਲਾਕ ਕਿਸਮ ਦੇ ਬੰਦੇ ਹੁੰਦੇ ਆ, ਉਹ ਪ੍ਰਾਪਰਟੀ ਤੇ ਕਬਜ਼ਾ ਕਰ ਲੈਂਦੇ ਆ। ਉਹ ਨਾ ਹੀ ਪ੍ਰਾਪਰਟੀ ਦਾ ਕੋਈ ਰੈਂਟ ਦਿੰਦੇ ਆ, ਨਾ ਹੀ ਕੋਈ ਉਹਨੂੰ ਕਿਸੇ ਤਰ੍ਹਾਂ ਦਾ ਪੈਸਾ ਜਾਂ ਕੋਈ ਪ੍ਰੋਸੀਡ ਦਿੰਦੇ ਆ। ਰੈਦਰ ਉਹਦੀ ਪ੍ਰਾਪਰਟੀ ਤੇ ਕਬਜ਼ਾ ਕਰ ਲੈਂਦੇ ਆ ਕਿ ਅਸੀਂ ਤੇਰੀ ਪ੍ਰਾਪਰਟੀ ਨਹੀਂ ਛੱਡਣੀ ਤੇ ਕੋਈ ਜੋ ਹੁੰਦਾ ਕਰ ਲੈ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਇਹ ਬੰਦਾ ਤਾਂ ਬਾਹਰ ਹੈ, ਇਹ ਤਾਂ ਆ ਨਹੀਂ ਸਕਦਾ। ਜੇ ਆਏਗਾ ਕਿਸੇ ਨੂੰ ਪਾਵਰ ਆਫ ਅਟਾਰਨੀ ਭੇਜੇਗਾ, ਪਾਵਰ ਆਫ ਅਟਾਰਨੀ ਬੰਦਾ ਜਿਹਨੂੰ ਪਾਵਰ ਆਫ ਅਟਾਰਨੀ ਹੋਲਡਰ ਹੋਏਗਾ, ਉਹ ਵੀ ਕਿੰਨੀ ਕੁ ਪੈਰਵਾਈ ਕਰੇਗਾ। ਜਾਂ ਸਾਡੇ ਕੋਰਟਸ ਦੇ ਵਿੱਚ ਥੋੜਾ ਜਿਹਾ ਪ੍ਰੋਸੀਜਰ ਲੰਬਾ ਆ, ਜਿਸ ਕਰਕੇ ਅਸੀਂ ਉਹਨੂੰ ਉਲਝਾ ਦਾਂਗੇ। ਉਹ ਕੰਸਰਨਡ ਪਰਸਨਸ ਦੀ ਜਿਹੜੇ ਚਲਾਕ ਬੰਦੇ ਹੁੰਦੇ, ਉਹਨਾਂ ਦੀ ਸੋਚ ਇਹ ਹੁੰਦੀ ਹੈ ਜੀ। ਉਹ ਸਿਚੁਏਸ਼ਨ ਦੇ ਵਿੱਚ ਉਹ ਬੰਦਾ ਆਪਣੀ ਪ੍ਰਾਪਰਟੀ ਜ਼ਰੂਰ ਵਕੇਟ ਕਰ ਸਕਦਾ ਹੈ, ਜਾਂ ਤੇ NRI ਥਾਣੇ ਨੂੰ ਐਪਲੀਕੇਸ਼ਨ ਮੂਵ ਕਰ ਦੇਗਾ ਜੀ, ਬਟ ਉਹਨੂੰ ਸਟਿਲ ਜੇ ਪ੍ਰਾਪਰਟੀ ਵਕੇਟ ਕਰਾਣੀ ਪਏਗੀ, ਕਿਉਂਕਿ ਉਹ ਜਿਹੜਾ ਇਲੀਗਲ ਪੋਜੈਸ਼ਨ ਦੇ ਵਿੱਚ ਹੋਏਗਾ, ਉਹਦਾ ਪੋਜੈਸ਼ਨ ਤਾਂ ਸੈਟਲ ਹੋ ਜਾਣਾ, ਬਟ ਹੋਏਗਾ ਇਲੀਗਲ। ਉਹਨੂੰ ਵਕੇਟ ਕਰਵਾਉਣ ਲਈ ਉਹਨੂੰ ਸਿਵਲ ਕੋਰਟ ਹੀ ਆਣਾ ਪਏਗਾ। ਬਟ ਸੰਜੀਵ ਜੀ, ਇਹਦੇ ਨਾਲ ਇੱਕ ਹੋਰ ਚੀਜ਼ ਦੇਖਣ ਵਾਲੀ ਆ, ਜਿਹੜਾ ਤੁਸੀਂ ਕਿਹਾ ਕਿ ਕਾਫੀ ਲੰਬੇ ਸਾਰੇ ਤੋਂ ਟਾਈਮ ਤੋਂ ਪ੍ਰਾਪਰਟੀ ਦੇ ਦਿੱਤੀ ਜਾਂਦੀ ਹੈ ਠੇਕੇ ਤੇ ਜੀ। ਦੇਖੋ, ਜੇ 1 ਸਾਲ ਤੋਂ ਵੱਧ ਪ੍ਰਾਪਰਟੀ ਕਿਸੇ ਨੂੰ ਠੇਕੇ ਤੇ ਦੇਣੀ ਹੈ, ਉਹਦੇ ਲਈ ਇੱਕ ਚੀਜ਼ ਜਿਹੜੀ ਮੈਂ NRI ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ, ਸ਼ਾਇਦ ਉਹਨਾਂ ਨੂੰ ਇਹ ਚੀਜ਼ ਕਈਆਂ ਨੂੰ ਪਤਾ ਹੋਏਗੀ, ਕਈਆਂ ਨੂੰ ਨਹੀਂ ਵੀ ਪਤਾ ਹੋਏਗੀ। 1 ਸਾਲ ਤੋਂ ਵੱਧ ਕਿਸੇ ਨੂੰ ਪ੍ਰਾਪਰਟੀ ਦੇ ਦਿੱਤੀ ਲਿਖਤ ਤੇ ਜਾਂ ਬਿਨਾਂ ਲਿਖਤ ਤੇ, 1 ਸਾਲ ਤੋਂ ਵੱਧ ਪ੍ਰਾਪਰਟੀ ਦੀ ਲੀਜ਼ ਡੀਡ ਹੋਏਗੀ, ਉਹਨੂੰ ਰਜਿਸਟ੍ਰੇਸ਼ਨ ਐਜ਼ ਪਰ ਰਜਿਸਟ੍ਰੇਸ਼ਨ ਐਕਟ ਕੰਸਰਨਡ ਸਬ ਰਜਿਸਟਰਾਰ ਕੋ ਕਰਵਾਉਣੀ ਜ਼ਰੂਰੀ ਹੋਏਗੀ। ਵਿਦਾਊਟ ਰਜਿਸਟ੍ਰੇਸ਼ਨ 1 ਸਾਲ ਤੋਂ ਵੱਧ ਉਹ ਲੀਜ਼ ਡੀਡ ਨੂੰ ਲੀਜ਼ ਡੀਡ ਨਹੀਂ ਮੰਨਿਆ ਜਾਏਗਾ। ਇਹ ਚੀਜ਼ ਮੈਂ ਆਪਣੇ ਦਰਸ਼ਕਾਂ ਨੂੰ, ਤਿਰਛੀ ਨਜ਼ਰ ਦੇ TV ਦੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਨੂੰ ਇਸ ਚੀਜ਼ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ। ਜੇ ਇੱਦਾਂ ਦੀ ਕੋਈ ਸਿਚੁਏਸ਼ਨ ਆ ਜਾਂਦੀ ਆ, ਤੁਹਾਡੇ ਲਈ ਰਾਈਟ ਪੂਰੇ ਹੈਗੇ ਆ, ਤੁਸੀਂ ਸਿਵਲ ਕੋਰਟ ਦੇ ਵਿੱਚ ਕੇਸ ਫਾਈਲ ਕਰੋ ਔਰ ਆਪਣੀ ਪ੍ਰਾਪਰਟੀ ਲੈ ਸਕਦੇ ਆ। ਔਰ ਇਹਦੇ ਨਾਲ ਸੰਜੀਵ ਜੀ, ਇੱਕ ਹੋਰ ਚੀਜ਼ ਹੈ, ਪ੍ਰਾਪਰਟੀ ਤੁਹਾਨੂੰ ਮਿਲੇਗੀ ਜਿੰਨੇ ਸਾਲ ਉਹਦੀ ਪ੍ਰਾਪਰਟੀ ਨੂੰ ਬਿਨਾਂ ਪੈਸੇ ਤੇ, ਬਿਨਾਂ ਰੈਂਟ ਤੇ ਉਹਨੇ ਯੂਟਿਲਾਈਜ਼ ਕੀਤਾ, ਉਹਦਾ ਮੀਨ ਪ੍ਰੋਫਿਟ ਉਹਨੂੰ ਦੇਣਾ ਹੀ ਪਏਗਾ। ਹੀ ਕੈਨ ਕਲੇਮ ਮੀਨ ਪ੍ਰੋਫਿਟ। ਸੋ ਇੱਕ ਚੀਜ਼ ਜਿਹੜੀ ਆਮ ਤੌਰ ਤੇ ਅਸੀਂ ਦੇਖਦੇ ਕਈ ਵਾਰੀ ਇਹੋ ਜਿਹਾ ਹੁੰਦਾ ਕਿ ਪ੍ਰਾਪਰਟੀ ਓਨਰ ਜਿਹੜਾ ਹੈ
ਆਮ ਤੌਰ ਤੇ ਸਾਡੇ ਬਹੁਤ ਘੱਟ ਚੱਲਣ ਹੈ ਕਿ ਬਜ਼ੁਰਗ ਜਿਹੜੇ ਵਸੀਅਤ ਕਰਕੇ ਜਾਂਦੇ, ਬੰਦੇ ਦੀ ਡੈਥ ਹੋ ਜਾਂਦੀ, ਉਹਦਾ ਕੋਈ ਵਾਰਸ ਨਹੀਂ ਹੈ ਜਾਂ ਇਮੀਡੀਏਟ ਉਹਦਾ ਜਿਹੜਾ ਫੈਮਿਲੀ ਦਾ ਨੀਅਰ ਡੀਅਰ ਜਿਹੜੇ ਹੈ ਉਹ ਨਹੀਂ ਹੈ, ਤਾਂ ਉਸ ਸੂਰਤ 'ਚ ਉਹਦੀ ਪ੍ਰਾਪਰਟੀ ਜਿਹੜੀ ਉਹ ਕੌਣ ਕਲੇਮ ਕਰੇਗਾ, ਕਿਸ ਤਰੀਕੇ ਨਾਲ ਉਹਦੀ ਡਿਸਟ੍ਰੀਬਿਊਸ਼ਨ ਹੋਏ? ਸੰਜੀਵ ਜੀ, ਇਹ ਕੇਸਿਸ ਬਹੁਤ ਆਉਂਦੇ ਆ ਕੋਰਟਸ ਦੇ ਵਿੱਚ ਜੀ। ਨੰਬਰ ਆਫ ਕੇਸਿਸ ਸੁਕਸੈਸ਼ਨ ਦੇ ਇਸ ਪੁਆਇੰਟ ਤੇ ਹੀ ਇਰਦ ਗਿਰਦ ਘੁੰਮਦੇ। ਉਸ ਸਿਚੁਏਸ਼ਨ 'ਚ ਸੁਕਸੈਸ਼ਨ ਐਕਟ ਕੀ ਕਹਿੰਦਾ, ਸਾਡੇ ਹਿੰਦੂ ਸੁਕਸੈਸ਼ਨ ਐਕਟ, ਜਿਹੜਾ ਕਿ ਇੰਡੀਆ ਤੇ ਐਪਲੀਕੇਬਲ ਹੈ, ਉਹ ਇਹ ਦੱਸਦਾ ਹੈ ਕਿ ਜੇ ਤਾਂ ਬੰਦਾ ਮਰ ਗਿਆ ਜੀ, ਜਾਂ ਤੇ ਉਹ ਵਸੀਅਤ ਕਰਕੇ ਜਾਊਗਾ ਇੰਟੈਸਟੇਟ ਜੀ, ਟੈਸਟਾਮੈਂਟਰੀ ਕੋਈ ਵੀ ਵਸੀਅਤ ਕਰ, ਜਾਂ ਵਸੀਅਤ ਕੀਤੇ ਬਗੈਰ ਮਰ ਜਾਏਗਾ। ਜੇ ਤਾਂ ਵਸੀਅਤ ਕਰਕੇ ਜਾਏਗਾ, ਜੇ ਤਾਂ ਉਹਦੀ ਆਪਣੀ ਪ੍ਰਾਪਰਟੀ ਹੋਗੀ ਸੈਲਫ ਅਕਵਾਇਰਡ ਪ੍ਰਾਪਰਟੀ, ਉਹ ਅਕੋਰਡਿੰਗ ਟੂ ਵਿਲ ਜਾਏਗੀ। ਜੇ ਉਹ ਪ੍ਰਾਪਰਟੀ ਹੋਏਗੀ ਐਂਸੈਸਟਰਲ, ਉਹ ਆਪਣਾ ਹਿੱਸਾ ਹੀ ਬਾਈ ਵੇ ਆਫ ਵਿਲ ਦੇ ਸਕਦਾ ਆ, ਉਸ ਤੋਂ ਵੱਧ ਦੇਗਾ ਤੇ ਉਹਨੂੰ ਚੈਲੰਜ ਕੀਤਾ ਜਾ ਸਕਦਾ ਹੈ ਜੀ। ਫਰਦਰ ਜਿਹੜਾ ਦੂਸਰਾ ਕੁਐਸਚਨ ਤੁਸੀਂ ਪੁੱਛਿਆ ਮੈਨੂੰ ਕਿ ਵਿਦਆਊਟ ਵਸੀਅਤ ਕਰਕੇ ਚਲਾ ਗਿਆ, ਜੇ ਤਾਂ ਉਹਦੀ ਅੱਗੇ ਬੱਚੇ ਹੈ, ਲੜਕੇ ਲੜਕੀਆਂ, ਉਹਦੀ ਵਾਈਫ ਐਂਡ ਉਹਦੇ ਮਦਰ, ਉਹ ਕਲਾਸ 1 ਹੇਅਰ, ਕਲਾਸ 2 ਹੇਅਰ ਔਰ ਐਗਨੇਟਸ ਕੋਗਨੇਟਸ ਸਾਡੇ ਹਿੰਦੂ ਸੁਕਸੈਸ਼ਨ ਐਕਟ ਦੇ ਵਿੱਚ ਡਿਫਾਈਨ ਕੀਤੇ ਆ, ਉਹ ਕਲਾਸ 1 ਹੇਅਰ ਨੂੰ ਜਾਏਗਾ, ਇੱਕ ਹਿੱਸਾ ਉਹਦੇ ਬੇਟੇ ਨੂੰ ਜਾਏਗਾ ਮੁੱਢਲੇ ਤੌਰ ਤੇ ਅਗਰ ਕਰਕੇ ਪਹਿਲੇ ਨੰਬਰ ਤੇ ਉਹਦੀ ਇਮੀਡੀਏਟ ਜਿਹੜੀ ਬੱਚਿਆਂ ਨੂੰ ਜਾਏਗਾ, ਬੇਟੇ ਨੂੰ, ਬੇਟੀ ਨੂੰ, ਉਹਦੀ ਵਾਈਫ ਨੂੰ ਤੇ ਉਹਦੀ ਮਦਰ ਨੂੰ, ਮਦਰ ਦਾ ਵੀ ਬਰਾਬਰ ਦਾ ਹਿੱਸਾ ਹੈ, ਬਟ ਉਹਦੇ ਫਾਦਰ ਦਾ ਕੋਈ ਹਿੱਸਾ ਨਹੀਂ ਹੋਏਗਾ, ਕਿਉਂਕਿ ਫਾਦਰ ਕਲਾਸ 1 ਹੇਅਰ ਦੀ ਡੈਫੀਨੇਸ਼ਨ 'ਚ ਨਹੀਂ ਆਉਂਦਾ, ਉਹ ਕਲਾਸ 2 ਦੀ ਡੈਫੀਨੇਸ਼ਨ 'ਚ ਆਉਂਦਾ ਹੈ, ਕਲਾਸ 2 ਹੇਅਰ ਦੀ ਡੈਫੀਨੇਸ਼ਨ 'ਚ ਆਉਂਦਾ। ਹਾਂ, ਕਿਸੇ ਵੇਲੇ ਸਿਚੁਏਸ਼ਨ ਇਹ ਹੋ ਜਾਂਦੀ ਜਿੱਦਾਂ ਤੁਸੀਂ ਪੁੱਛਿਆ ਕਿ ਨਾ ਉਹਦਾ ਬੱਚਾ ਆ, ਨਾ ਬੇਟਾ ਹੈ, ਨਾ ਬੇਟੀ ਹੈ, ਨਾ ਵਾਈਫ ਹੈ, ਨਾ ਮਾਂ ਹੈ, ਜੇ ਉਹਦਾ ਫਾਦਰ ਆ ਫਿਰ ਕਲਾਸ 2 'ਚ ਆ ਜਾਏਗਾ, ਉਹਦੇ ਫਾਦਰ ਨੂੰ ਪ੍ਰਾਪਰਟੀ ਚਲੇ ਜਾਏਗੀ। ਕਿਸੇ ਵੇਲੇ ਸਿਚੁਏਸ਼ਨ ਇਦਾਂ ਦੀ ਵੀ ਆ ਜਾਂਦੀ ਹੈ ਸੰਜੀਵ ਜੀ, ਇੱਕ ਬੰਦਾ ਆ ਜਾਂ ਤੇ ਉਹ ਛੜਾ ਆ, ਅਨਮੈਰਿਡ ਆ, ਉਹਦੀ ਡੈਥ ਹੋ ਗਈ, ਜਾਂ ਉਹਦੀ ਵਾਈਫ ਪਹਿਲਾਂ ਹੀ ਡੈਥ ਹੋ ਗਈ, ਬੱਚੇ ਸੀਗੇ, ਬੱਚੇ ਅਨਮੈਰਿਡ ਸੀ, ਉਹਨਾਂ ਦੀ ਵੀ ਡੈਥ ਹੋ ਗਈ, ਉਹ ਇਕੱਲਾ ਹੀ ਆ ਜੀ। ਹੁਣ ਉਸ ਸਿਚੁਏਸ਼ਨ ਦੇ ਵਿੱਚ ਉਹਦਾ ਭਰਾ ਵੀ ਨਹੀਂ ਕੋਈ ਹੈਗਾ, ਫਿਰ ਐਗਨੇਟਸ ਕੋਗਨੇਟਸ ਵਰਡ ਹੈਗੇ ਆ ਜਿਹੜੇ ਕਿ ਸਾਡੇ ਹਿੰਦੂ ਸੁਕਸੈਸ਼ਨ ਐਕਟ ਦੇ ਵਿੱਚ ਡਿਫਾਈਨ ਕੀਤੇ ਆ, ਫਿਰ ਪ੍ਰਾਪਰਟੀ ਉਹਨਾਂ ਨੂੰ ਚਲੇ ਜਾਏਗੀ ਨਾ, ਕਿਉਂਕਿ ਨਾ ਹੀ ਉਹਦਾ ਕੋਈ ਕਲਾਸ 1 ਹੇਅਰ ਆ, ਨਾ ਹੀ ਕਲਾਸ 2 ਹੇਅਰ ਆ, ਫਿਰ ਪ੍ਰਾਪਰਟੀ ਜਾਏਗੀ। ਲਾਸਟ ਦੇ ਵਿੱਚ ਸਪੋਜ਼ ਕਰੋ ਇੱਕ ਐਦਾਂ ਦੀ ਵੀ ਸਿਚੁਏਸ਼ਨ ਆ ਜਾਂਦੀ ਆ ਹਿੰਦੂ ਸੁਕਸੈਸ਼ਨ ਐਕਟ ਦੇ ਵਿੱਚ, ਇੱਕ ਡਾਕਟਰਿਨ ਆਫ ਅਸਚੀਟ ਹੈ ਜੀ ਜਿਹੜਾ ਹਿੰਦੂ ਸੁਕਸੈਸ਼ਨ ਐਕਟ ਦੇ ਵਿੱਚ ਹੈ, ਇਦਾਂ ਦੀ ਸਿਚੁਏਸ਼ਨ ਆ ਜਾਂਦੀ, ਨਾ ਉਹਦਾ ਕਲਾਸ 1 ਹੇਅਰ ਆ ਜਿਹਨਾਂ ਨੂੰ ਡਿਫਾਈਨ ਕੀਤੇ ਆ, ਨਾ ਕਲਾਸ 2 ਹੇਅਰ ਆ, ਨਾ ਐਗਨੇਟਸ ਆ, ਨਾ ਕੋਗਨੇਟਸ ਆ, ਫਿਰ ਪ੍ਰਾਪਰਟੀ ਬਾਈ ਵੇ ਆਫ ਅਸਚੀਟ, ਡਾਕਟਰਿਨ ਆਫ ਅਸਚੀਟ ਗਵਰਨਮੈਂਟ ਨੂੰ ਚਲੇ ਜਾਂਦੀ ਹੈ। ਇਦਾਂ ਦੀ ਸਿਚੁਏਸ਼ਨ ਵੀ ਆ ਜਾਂਦੀ। ਤੁਸੀਂ ਇੱਕ ਚੀਜ਼ ਯੂਜ਼ ਕੀਤੀ ਕਿ ਕੋਈ ਬੰਦਾ ਛੜਾ ਹੈ ਤਾਂ ਉਹਦੀ ਪ੍ਰਾਪਰਟੀ, ਅਸੀਂ ਕਈ ਵਾਰੀ ਕੀ ਹੁੰਦਾ ਕਿ ਉਹ ਵਿਅਕਤੀ ਛੜਾ ਹੈ ਲੇਕਿਨ ਉਹਦਾ ਇੱਕ ਭਰਾ ਹੈਗਾ ਜੀ, ਉਹਨਾਂ ਦੀ ਅੱਗੇ ਜਨਰੇਸ਼ਨ ਜਿਹੜੀ ਹੈ ਭਰਾ ਦੀ ਚੱਲਦੀ ਪਈ ਹੈ ਜੀ, ਭਰਾ ਦੀ ਉਹ ਸਾਰੀ ਪ੍ਰਾਪਰਟੀ ਜਿਹੜੀ ਕੀ ਭਰਾ ਨੂੰ ਟ੍ਰਾਂਸਫਰ ਹੋਏਗੀ ਜਾਂ ਉਹਦੇ ਭਤੀਜੇ ਜਿਹੜੇ ਆ ਜਾਂ ਉਹ ਫੈਮਿਲੀ ਅੱਗੇ ਕਲੇਮ ਕਰ ਕਿਉਂਕਿ ਜਿਹੜਾ ਭਰਾ ਆ ਉਹ ਕਲਾਸ 2 ਹੇਅਰ ਆ ਜੀ, ਜੇ ਕਲਾਸ 2 ਹੇਅਰ ਦੇ ਵਿੱਚੋਂ ਕੋਈ ਵੀ ਹੈਗਾ ਆ ਫਿਰ ਉਹਦੇ ਭਰਾ ਨੂੰ ਜਾਏਗੀ, ਨਾ ਕਿ ਉਹਦੇ ਭਤੀਜੇ ਜੀ ਜੀ। ਸੋ ਬੜਾ ਇੰਪੋਰਟੈਂਟ ਹੈ ਕਿ ਪ੍ਰਾਪਰਟੀ ਡਿਸਟ੍ਰੀਬਿਊਸ਼ਨ ਜਿਹੜੀ ਆ ਉਹ ਸਾਡੇ ਮਾਨਵ ਜਿਹੜੀਆਂ ਕੋਰਟਸ ਹੈਗੀਆਂ ਉਹਨਾਂ ਨੇ ਬਹੁਤ ਸਪਸ਼ਟ ਕੀਤਾ ਹੋਇਆ। ਸਰ ਇਹ ਇਹੋ ਜਿਹੀਆਂ ਸਿਚੁਏਸ਼ਨਸ ਵੀ ਦੇਖਣ ਨੂੰ ਮਿਲੀਆਂ ਕਿ ਕੋਈ ਪੰਜਾਬ ਦੇ ਅਣਸੁਖਾਵੇਂ ਹਾਲਾਤ ਸੀਗੇ ਔਰ ਬਹੁਤ ਲੋਕੀ ਇੱਥੋਂ ਮਾਈਗ੍ਰੇਟ ਹੋ ਕੇ ਗਏ, ਕੋਈ ਵਿਅਕਤੀ ਵਿਦੇਸ਼ ਵਿੱਚ ਆ ਬਹੁਤ ਲੰਬੇ ਸਮੇਂ ਤੋਂ, ਲੇਕਿਨ ਉਹਦੀ ਪ੍ਰਾਪਰਟੀ ਦੇ ਉੱਤੇ ਕਿਸੇ ਹੋਰ ਵਿਅਕਤੀ ਨੇ ਖੇਤੀਬਾੜੀ ਦਾ ਜਿਹੜਾ ਹੈ ਉਹਦੇ ਉੱਤੇ ਕਾਬਜ਼ ਹੈ। ਹੁਣ ਇਸ ਵੇਲੇ ਉਹ ਸੁਖਾਵੇਂ ਮਾਹੌਲ 'ਚੋਂ ਆਪਣੀ ਪ੍ਰਾਪਰਟੀ ਖਾਲੀ ਕਰਾਉਣਾ ਚਾਹੁੰਦਾ ਤਾਂ ਕਿਸ ਤਰੀਕੇ ਦੇ ਨਾਲ ਉਹ ਪ੍ਰਾਪਰਟੀ ਖਾਲੀ? ਸੰਜੀਵ ਜੀ, ਜਿਹੜਾ ਤੁਸੀਂ ਕੁਐਸਚਨ ਪੁੱਛ ਰਹੇ ਆ ਮੈਂ ਉਹਦਾ ਤੁਹਾਨੂੰ ਤੁਹਾਡੇ ਰਾਹੀਂ ਦਰਸ਼ਕਾਂ ਨੂੰ ਵੀ ਇਹ ਜਵਾਬ ਦੇਣਾ ਚਾਹੁੰਦਾ ਆ ਕਿ ਜਦੋਂ ਕੁਝ ਸਾਲਾਂ ਪਹਿਲਾਂ ਪੰਜਾਬ ਦੇ ਹਾਲਾਤ ਖਰਾਬ ਹੋ ਗਏ ਸੀ, ਲੋਕੀ ਇੱਥੋਂ ਛੱਡ ਕੇ ਬਾਹਰ ਚਲੇ ਗਏ ਸੀ, ਜਾਂ ਕਿਸੇ ਲੋਕਾਂ ਦੇ ਖਿਲਾਫ ਕੁਝ ਇਹੋ ਜਿਹੇ ਕੇਸਿਸ ਹੋ ਗਏ ਸੀ, ਉਹਨਾਂ ਨੇ ਦੂਸਰੀ ਕੰਟਰੀਜ਼ ਕੈਨੇਡਾ ਵਗੈਰਾ ਜਾਂ ਅਮਰੀਕਾ ਜਾ ਕੇ ਪੋਲੀਟੀਕਲ ਅਸਾਈਲਮ ਵਗੈਰਾ ਲੈ ਲਈ ਸੀ ਤਾਂ ਕਿ ਉਹ ਆਪਣੀ ਜਾਨ ਨੂੰ ਬਚਾ ਸਕਣ। ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਲੋਕਾਂ ਨੇ, ਕੁਝ ਗਲਤ ਲੋਕਾਂ ਨੇ ਕਬਜ਼ੇ ਕਰ ਲਏ, ਇਹ ਸੋਚ ਕੇ ਕਿ ਇਹਨਾਂ ਨੇ ਤਾਂ ਕਦੀ ਆਣਾ ਹੀ ਨਹੀਂ, ਜਾਂ ਬਾਹਰ ਮਰ ਮੁਰ ਗਏ ਆ, ਜਾਂ ਉਹਨਾਂ ਦੇ ਖਿਲਾਫ ਇੱਥੇ ਇੰਡੀਆ ਦੇ ਵਿੱਚ ਕੇਸਿਸ ਆ ਉਹ ਆ ਹੀ ਨਹੀਂ ਸਕਦੇ ਜੀ, ਜਾਂ ਤੇ ਉਹ ਇੱਥੇ ਉਹਨਾਂ ਨੂੰ ਆਉਣ 'ਚ ਕੋਈ ਦਿੱਕਤ ਨਹੀਂ ਆ ਤਾਂ ਉਹ ਆ ਕੇ ਆਪਣੀ ਪ੍ਰਾਪਰਟੀ ਛਡਾ ਸਕਦੇ ਆ, ਉਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਟਾਈਮ ਲਿਮਿਟ ਨਹੀਂ ਆ। ਅਦਰਵਾਈਜ਼ ਅਸੀਂ ਆਪਣੀ ਪ੍ਰਾਪਰਟੀ ਨੂੰ ਕਲੇਮ ਕਰਨਾ ਆ ਤਾਂ 12 ਸਾਲ ਦੇ ਵਿੱਚ ਅਸੀਂ ਪ੍ਰਾਪਰਟੀ ਨੂੰ ਆਪਣਾ ਕਬਜ਼ਾ ਲੈ ਸਕਦੇ ਹਾਂ ਔਨ ਦੀ ਬੇਸਿਸ ਆਫ ਟਾਈਟਲ ਜਾਂ ਔਨ ਦੀ ਬੇਸਿਸ ਆਫ ਪੋਜੈਸ਼ਨ, ਬਟ ਔਨ ਦੀ ਬੇਸਿਸ ਆਫ ਓਨਰਸ਼ਿਪ ਮਾਲਕੀ ਲਈ ਆਉਂਦੇ ਆ ਤੇ ਕੋਈ ਲਿਮਿਟੇਸ਼ਨ ਨਹੀਂ, ਅਸੀਂ ਆਪਣੀ ਪ੍ਰਾਪਰਟੀ ਨੂੰ ਵਾਪਸ ਲੈ ਸਕਦੇ ਹਾਂ। ਮੈਂ ਤੁਹਾਡੇ ਰਾਹੀਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜੇ
ਕਿਸੇ ਬੰਦੇ ਨੇ ਤੁਹਾਡੀ ਪ੍ਰਾਪਰਟੀ ਤੇ ਨਜਾਇਜ਼ ਕਬਜ਼ਾ ਕਰ ਲਿਆ ਆ, ਤੁਸੀਂ ਆਪ ਆ ਜਾਓ, ਆ ਕੇ ਕੇਸ ਫਾਈਲ ਕਰੋ, ਜਾਂ ਥਰੂ ਸਪੈਸ਼ਲ ਪਾਵਰ ਆਫ ਅਟਾਰਨੀ ਕਿਸੇ ਨੂੰ ਆਥੋਰਾਈਜ਼ ਕਰ ਦਿਓ, ਆਪਣੀ ਪ੍ਰਾਪਰਟੀ ਤੁਸੀਂ ਬਿਨਾਂ ਕਿਸੇ ਝੰਜਟ ਦੇ ਆਪਣੀ ਪ੍ਰਾਪਰਟੀ ਨੂੰ ਵਾਪਸ ਲੈ ਸਕਦੇ ਆ ਥਰੂ ਕੋਰਟ। ਮੈਂ ਇਹਦੇ ਨਾਲ ਹੀ ਜੁੜਿਆ ਹੋਇਆ ਕਿ ਮਸਲਾ ਇਹ ਹੈ ਕਿ ਕਿਸੇ ਸਾਂਝੀ ਜਿਹੜੀ ਜ਼ਮੀਨ ਹੈ ਉਹਦੇ ਉੱਤੇ ਕੋਈ ਹੋਰ ਧਿਰ ਨੇ ਕਬਜ਼ਾ ਕੀਤਾ ਹੋਇਆ, ਉਹਦੇ ਵਿੱਚੋਂ ਇੱਕ ਪਾਰਟੀ ਜਿਹੜੀ ਆ ਉਹ ਵਿਦੇਸ਼ ਵਿੱਚ ਰਹਿੰਦਾ ਔਰ ਬੜੇ ਲੰਬੇ ਅਰਸੇ ਤੋਂ ਕਬਜ਼ਾ ਜਿਹੜਾ ਉਹ ਕਿਸੇ ਹੋਰ ਦਾ, ਉਸ ਦੇ ਵਿੱਚ ਕਿਸੇ ਹੋਰ ਦੋ ਬੰਦਿਆਂ ਦੀ ਵੀ ਜ਼ਮੀਨ ਉਹਦੇ ਵਿੱਚ ਹੈ। ਇਸ ਬੰਦੇ ਨੇ ਆਪਣੀ ਜ਼ਮੀਨ ਆਇਡੈਂਟੀਫਾਈ ਕਰਾਣੀ, ਛੁਡਵਾਣੀ ਆ, ਉਹ ਕਿਸ ਤਰੀਕੇ ਦੇ ਨਾਲ ਸੰਭਵ? ਨਾਰਮਲੀ ਸੰਜੀਵ ਜੀ ਕੀ ਹੁੰਦਾ, ਅਸੀਂ ਤੁਹਾਨੂੰ ਮੈਂ ਦੱਸਿਆ ਕਿ ਐਗਰੀਕਲਚਰ ਲੈਂਡ ਆ, ਉਹਦੀ ਫਰਜ਼ਮੰਦੀ ਹੁੰਦੀ ਹੈ, ਉਹ ਖਸਰਾ ਨੰਬਰ 'ਚ ਫਾਲ ਕਰਦੀ ਹੈ। ਹੁਣ ਜੇ ਅਸੀਂ ਉਹਦੇ 'ਚ ਤੁਸੀਂ ਕਾਲਮ ਦੇਖੋਗੇ, ਇੱਕ ਕਾਲਮ ਬਣਿਆ ਹੋਏਗਾ ਓਨਰਸ਼ਿਪ ਵਾਲਾ, ਮਾਲਕੀ ਵਾਲਾ, ਉਹ 'ਚ ਸਾਰੇ ਮਾਲਕਾਂ ਦੇ ਨਾਮ ਲਿਖੇ ਹੋਣਗੇ, ਜਿੰਨੇ ਵੀ ਮਾਲਕ ਆ, ਅੱਗੇ ਨਾਲ ਹਿੱਸੇ ਲਿਖੇ ਹੋਣਗੇ, ਕਿਹਦਾ ਕਿੰਨਾ ਕਿੰਨਾ ਹਿੱਸਾ ਆ ਪ੍ਰਾਪਰਟੀ 'ਚ। ਨਾਲ ਅੱਗੇ ਇੱਕ ਕਾਸ਼ਤ ਵਾਲਾ ਖਾਨਾ ਹੁੰਦਾ, ਜਿਹਨੂੰ ਕਹਿੰਦੇ ਅਸੀਂ ਪੋਜੈਸ਼ਨ ਵਾਲਾ ਕਾਲਮ। ਉਹਦੇ ਵਿੱਚ ਕੀ ਸੰਜੀਵ ਜੀ ਹੁੰਦਾ ਹੈ ਕਿ ਜਾਂ ਤੇ ਐਂਟਰੀ ਆ ਜਾਂਦੀ ਹੈ ਖੁਦ ਕਾਸ਼ਤ ਮਕਬੂਜਾ, ਮੀਨਸ ਕਿ ਸਾਰਿਆਂ ਦਾ ਕਬਜ਼ਾ ਆਪਣੇ ਆਪਣੇ ਹਿੱਸੇ ਦੇ ਵਿੱਚ ਜੀ, ਉਹ ਕਬਜ਼ਾ ਜੁਆਇੰਟ ਮੰਨਿਆ ਜਾਊਗਾ ਸਾਰਿਆਂ ਦਾ। ਬਟ ਮੌਕੇ ਤੇ ਕੀ ਹੁੰਦਾ ਹੈ, ਮੌਕੇ ਤੇ ਹਰ ਬੰਦੇ ਨੇ ਮਿਊਚੁਅਲ ਅੰਡਰਸਟੈਂਡਿੰਗ ਨਾਲ ਆਪਣੀ ਪ੍ਰਾਪਰਟੀ ਵੰਡੀ ਹੁੰਦੀ ਆ। ਔਰ ਇਹ ਸਿਚੁਏਸ਼ਨ ਕਈ ਵਾਰ ਆ ਜਾਂਦੀ ਆ, ਇੱਕ ਬੰਦੇ ਦੇ 10 ਮਰਲੇ ਆ, ਜਾਂ ਤਾਂ ਉਹਦਾ 2 ਮਰਲੇ ਤੇ ਕਬਜ਼ਾ ਹੈ, ਜਾਂ ਕਿਸੇ ਬੰਦੇ ਦਾ 15 ਮਰਲੇ ਤੇ ਕਬਜ਼ਾ ਹੈ। ਉਸ ਸਿਚੁਏਸ਼ਨ ਦੇ ਵਿੱਚ ਰੈਵਨਿਊ ਕੋਡ ਦੇ ਵਿੱਚ ਤੁਸੀਂ ਐਗਰੀਕਲਚਰ ਲੈਂਡ ਦੀ ਪਾਰਟੀਸ਼ਨ ਦਾ ਕੇਸ ਫਾਈਲ ਕਰੋਗੇ। ਉਹ ਦੋ ਤਰ੍ਹਾਂ ਦੀ ਹੋਏਗੀ, ਜਾਂ ਤੇ ਕਬਜ਼ਾ ਤੋੜ ਕੇ ਹੋਏਗੀ, ਕਬਜ਼ਾ ਤੋੜ ਕੇ ਤਾਂ ਹੋਏਗੀ ਜੇ ਕਿਸੇ ਦਾ ਪੋਜੈਸ਼ਨ ਘੱਟ ਹੈ, ਜਾਂ ਕਿਸੇ ਨੇ ਫਰੰਟ ਜ਼ਿਆਦਾ ਲੈ ਲਿਆ, ਕਿਸੇ ਦੂਸਰੇ ਬੰਦੇ ਨੂੰ ਪਿੱਛੇ ਮਿਲ ਗਿਆ ਜੀ, ਜਾਂ ਕਬਜ਼ਾ ਬਹਾਲ ਰੱਖ ਕੇ ਹੋਏਗੀ। ਕਬਜ਼ਾ ਬਹਾਲ ਰੱਖ ਕੇ ਮੀਨਸ ਕਿ ਹਰ ਬੰਦਾ ਆਪਣੇ ਆਪਣੇ ਪੋਜੈਸ਼ਨ 'ਚ ਪ੍ਰੋਪਰ ਪੋਜੈਸ਼ਨ ਦੇ ਵਿੱਚ ਆ। ਫਿਰ ਉਹ ਜਿਹੜੇ ਕੰਸਰਨ ਨੈਬ ਤਹਿਸੀਲਦਾਰ ਜਾਂ ਸਬ ਤਹਿਸੀਲਦਾਰ ਹੋਣਗੇ, ਰੈਵਨਿਊ ਅਫਸਰ, ਉਹ ਦੇਖਣਗੇ ਕਬਜ਼ਾ ਤੋੜ ਕੇ ਕਰਨੀ ਜਾਂ ਬਹਾਲ ਕੇ ਕਰਨੀ। ਇਟ ਇਜ਼ ਅਪ ਟੂ ਦੈਟ ਕੰਸਰਨਡ ਰੈਵਨਿਊ ਅਫਸਰ। ਜੀ ਮੈਂ ਇਹਦੇ ਵਿੱਚ ਇਹ ਚੀਜ਼, ਮੰਨ ਲਓ 3 ਉਹਦੇ ਮਾਲਕ ਹੈ ਉਸ ਜ਼ਮੀਨ ਦੇ, ਔਰ ਇੱਕ ਬੰਦਾ ਉਹਦੇ ਵਿੱਚੋਂ ਆਪਣਾ ਹਿੱਸਾ ਛੁਡਵਾਉਣਾ ਚਾਹੁੰਦਾ, 2 ਇੰਟਰਸਟਡ ਨਹੀਂ ਹੈ, ਜਾਂ ਉਹਦੇ ਵਿੱਚ ਉਹ ਕਿਤੇ ਨਾ ਕਿਤੇ ਅੜਚਨ ਪਾਉਂਦੇ ਆ, ਤਾਂ ਉਸ ਸੂਰਤ ਵਿੱਚ ਕੀ ਤਕਸੀਮ ਪੋਸੀਬਲ ਹੈ? ਹਾਂ, ਬਿਲਕੁਲ ਪੋਸੀਬਲ ਆ। ਉਹਦੇ ਲਈ ਮੈਂ ਸੰਜੀਵ ਜੀ ਤੁਹਾਨੂੰ ਆਲਰੇਡੀ ਦੱਸਿਆ, ਉਹਦੇ ਲਈ ਉਹਨਾਂ ਨੂੰ ਪਾਰਟੀਸ਼ਨ ਦਾ ਕੇਸ ਫਾਈਲ ਕਰਨਾ ਪਏਗਾ ਜੀ। ਅੱਜ ਜੇ ਤਾਂ ਸਾਰੇ ਸਹਿਮਤ ਆ ਕੋ-ਓਨਰ, ਫਿਰ ਤਾਂ ਤੁਸੀਂ ਫਾਈਲ ਕਰ ਦੋਗੇ, ਤੁਹਾਡੇ ਆਇਡੈਂਟੀਫਿਕੇਸ਼ਨ ਹੋਣਗੇ ਖਸਰਾ ਨੰਬਰ ਕਿਹੜੇ ਕਿਹੜੇ ਖਸਰਾ ਨੰਬਰ 'ਚ ਹੈਗਾ, ਫਿਰ ਉਹ ਕੰਟੈਸਟਡ ਕੇਸ ਹੋ ਜਾਏਗਾ। ਉਹਦੇ ਵਿੱਚ ਫਿਰ ਕੰਸਰਨਡ ਤਹਿਸੀਲਦਾਰ ਡਿਸਾਈਡ ਕਰੇਗਾ। ਸਭ ਤੋਂ ਪਹਿਲਾਂ ਪ੍ਰਪੋਜ਼ਡ ਮੋਡ ਆਫ ਪਾਰਟੀਸ਼ਨ ਡਿਸਾਈਡ ਹੋਏਗਾ। ਪ੍ਰਪੋਜ਼ਡ ਮੋਡ ਆਫ ਪਾਰਟੀਸ਼ਨ ਮੀਨਸ ਕਿ ਅਸੀਂ ਇਹ ਪਾਰਟੀਸ਼ਨ ਕਰ ਲੱਗੇ ਆ, ਅਸੀਂ ਪ੍ਰਪੋਜ਼ ਕਰਦੇ ਆ, ਜੇ ਤੁਹਾਨੂੰ ਇਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਹੈ ਤੇ ਤੁਸੀਂ ਦੇ ਦਿਓ। ਫਿਰ ਜਿਹੜੀ ਬੋਥ ਦੀ ਪਾਰਟੀਜ਼ ਆ, ਉਹਨੂੰ ਰਾਈਟ ਹੈ ਕਿ ਆਪਣੇ ਆਬਜੈਕਸ਼ਨ ਫਾਈਲ ਕਰਨ ਉਸ ਪ੍ਰਪੋਜ਼ਡ ਮੋਡ ਆਫ ਪਾਰਟੀਸ਼ਨ ਦੇ, ਕਿ ਸਾਨੂੰ ਇਹਦੇ ਤੇ ਫਲਾਣਾ ਫਲਾਣਾ ਇਤਰਾਜ਼ ਹੈ ਜਾਂ ਫਲਾਣਾ ਫਲਾਣਾ ਇਤਰਾਜ਼ ਜ਼ਿਆਦਾ ਇਤਰਾਜ਼ ਆ। ਉਸ ਤੇ ਉਹ ਕੰਸਰਨਡ ਰੈਵਨਿਊ ਅਫਸਰ, ਨੈਬ ਤਹਿਸੀਲਦਾਰ ਜਾਂ ਤਹਿਸੀਲਦਾਰ ਜੀ, ਉਹ ਡਿਸਾਈਡ ਕਰੇਗਾ। ਫਿਰ ਉਸ ਤੋਂ ਬਾਅਦ ਉਹ ਜੋ ਵੀ ਉਹਦਾ ਡਿਸੀਜਨ ਹੋਏਗਾ, ਜੇ ਤਾਂ ਉਹਦੀ ਅਪੀਲ ਹੋ ਜਾਏਗੀ ਤੇ ਠੀਕ ਹੈ, ਜੇ ਨਹੀਂ ਅਪੀਲ ਹੋਏਗੀ ਦੈਟ ਆਰਡਰ ਹੈਜ਼ ਬਿਕਮ ਫਾਈਨਲ, ਉਹਦੇ ਅਕੋਰਡਿੰਗਲੀ ਫਰਦਰ ਪਰਸਿਊ ਕੀਤਾ ਜਾਏ ਜੀ। ਹੁਣ ਮੈਂ ਜਿਹੜੀ ਚੀਜ਼ ਤੁਹਾਡੇ ਕੋਲ ਜਾਨਣਾ ਚਾਹੁੰਦਾ ਕਿ ਕੋਈ ਸਾਂਝੀ ਜ਼ਮੀਨ ਹੈ 3 ਭਰਾਵਾਂ ਦੀ, ਔਰ ਉਹਦੇ ਵਿੱਚ ਇੱਕ ਟਿਊਬਲ ਵੀ ਲੱਗਾ ਹੋਇਆ ਜੀ, ਇੱਕ ਭਰਾ ਵਿਦੇਸ਼ ਰਹਿੰਦਾ। ਹੁਣ ਉਹ ਜਦੋਂ ਜ਼ਮੀਨ ਦੀ ਡਿਸਟ੍ਰੀਬਿਊਸ਼ਨ ਹੋਏਗੀ ਤਾਂ ਉਹ ਟਿਊਬਲ ਦੇ ਉੱਤੇ ਕੇਸ ਦਾ ਅਧਿਕਾਰ ਹੋਏਗਾ, ਔਰ ਕਿਸ ਤਰੀਕੇ ਦੇ ਨਾਲ ਉਹਦੀ ਬਣਦੀ ਹੈ? ਜਿਹੜਾ ਤੁਸੀਂ ਕੁਐਸਚਨ ਪੁੱਛਿਆ, ਇਹ ਆਮ ਤੌਰ ਤੇ ਨਾ ਭਰਾਵਾਂ ਦੇ ਵਿੱਚ ਝਗੜਾ ਹੋ ਜਾਂਦਾ ਹੈ ਜੀ। ਹੁਣ ਤੁਸੀਂ ਦੇਖੋ, ਇੱਕ ਪ੍ਰਾਪਰਟੀ ਹੈ, ਸਪੋਜ਼ ਕਰੋ ਪ੍ਰਾਪਰਟੀ ਹੈ 20 ਮਰਲੇ ਜੀ, 20 ਮਰਲੇ 3 ਪਾਰਟਸ 'ਚ ਡਿਵਾਈਡ ਹੋਗੀ, ਪਰ ਟਿਊਬਲ ਉੱਤੇ ਲੱਗਿਆ ਇੱਕ। ਹੁਣ ਜੇ ਪ੍ਰਾਪਰਟੀ ਦੀ ਤਾਂ ਪਾਰਟੀਸ਼ਨ ਹੋ ਸਕਦੀ ਆ, ਬਟ ਕੁਝ ਪ੍ਰਾਪਰਟੀਜ਼ ਇਹੋ ਜਿਹੀਆਂ ਹੁੰਦੀਆਂ ਲਾਈਕ ਟਿਊਬਲ ਦੈਟ ਕੈਨ ਨਾਟ ਬੀ ਪਾਰਟੀਸ਼ਨ, ਇਟ ਇਜ਼ ਅ ਅਨਡਿਵਿਜ਼ੀਬਲ ਪ੍ਰਾਪਰਟੀ। ਉਹ ਤਾਂ ਅਨਡਿਵਿਜ਼ੀਬਲ ਹੋ ਗਿਆ ਨਾ। ਹੁਣ ਤੁਸੀਂ ਟਿਊਬਲ ਦੀ ਤਾਂ ਪਾਰਟੀਸ਼ਨ ਨਹੀਂ ਕਰ ਸਕਦੇ। ਉਸ ਸਿਚੁਏਸ਼ਨ ਦੇ ਵਿੱਚ ਜਾਂ ਤੇ ਇਹ ਡਿਸਾਈਡ ਹੋ ਜਾਏਗਾ ਕਿ ਇਹ ਟਿਊਬਲ ਇੱਕ ਫਲਾਣੇ ਭਰਾ ਕੋ ਜਾਏਗਾ, ਫਲਾਣੇ ਕੋ-ਓਨਰ ਕੋ ਜਾਏਗਾ, ਬਾਕੀਆਂ ਨੂੰ ਉਹਦੇ ਐਵਰੇਜ ਦੇ ਵਿੱਚ ਪੈਸੇ ਦਿੱਤੇ ਜਾਣਗੇ। ਜਾਂ ਇਹ ਡਿਸਾਈਡ ਹੋ ਜਾਏਗਾ ਕਿ ਹੁਣ ਉਹ ਇੱਕ ਹੀ ਟਿਊਬਲ ਹੈ, ਉਸ ਪ੍ਰਾਪਰਟੀ ਨੂੰ ਪਾਣੀ ਵੀ ਲਗਾਉਣਾ ਹੈ। ਜਾਂ ਫਿਰ ਇਹ ਡਿਸਾਈਡ ਹੋ ਜਾਏਗਾ ਕਿ ਵਾਰੇ-ਵਾਰੀ ਤੁਸੀਂ ਇਹ ਟਿਊਬਲ ਨੂੰ ਯੂਜ਼ ਕਰ ਸਕਦੇ ਆ, ਟਿਊਬਲ ਜੁਆਇੰਟ ਰਹਿ ਜਾਏਗਾ। ਬਾਕੀ ਵਾਸਤੇ ਸਾਨੂੰ ਆਪਸੀ ਸਹਿਮਤੀ ਕਿਤੇ ਨਾ ਕਿਤੇ ਆਪਸੀ ਸਹਿਮਤੀ ਹੋ ਜਾਏਗੀ ਤਾਂ ਓਕੇ, ਨਹੀਂ ਤਾਂ ਫਿਰ ਉਹ ਡਿਸਾਈਡ ਕਰ ਦੇਗੀ। ਜਿਹੜਾ ਤੁਸੀਂ ਕੁਐਸਚਨ ਪੁੱਛਿਆ ਟਿਊਬਲ ਵਾਲਾ, ਇਸ ਕੇਸ ਦੇ ਵਿੱਚ ਕੀ ਹੋ ਜਾਂਦਾ ਕਿ ਬੰਦਾ ਦੀ ਪ੍ਰਾਪਰਟੀ ਤਾਂ ਸਾਂਝੀ ਹੁੰਦੀ ਹੈ, ਉਹ ਪ੍ਰਾਪਰਟੀ ਨੂੰ ਹਜੇ ਡਿਵਾਈਡ ਨਹੀਂ ਕਰਨਾ ਚਾਹੁੰਦਾ। ਇਮੀਡੀਏਟ ਇਹੋ ਜਿਹੀ ਸਿਚੁਏਸ਼ਨ ਪੈ ਜਾਂਦੀ ਹੈ ਕਿ ਉਹ ਸਵੇਰੇ ਪਾਣੀ ਲਗਾਉਣ ਜਾਣਾ ਹੁੰਦਾ ਹੈ, ਤੇ ਉਹਦੇ ਦੂਸਰੇ ਭਰਾ ਕੁਝ ਜ਼ੋਰਾਵਰ ਹੁੰਦੇ ਆ, ਕੁਝ ਸ਼ਰੀਫ ਹੁੰਦੇ ਆ, ਉਹ ਪਾਣੀ ਲਗਾਉਣ ਤੋਂ ਉਹਨੂੰ ਰੋਕਦੇ ਆ। ਹੁਣ ਪ੍ਰਾਪਰਟੀ ਨੂੰ ਪਾਣੀ ਨਹੀਂ ਲੱਗੇਗਾ
ਟਿਊਬਲ ਨਹੀਂ ਯੂਜ਼ ਕਰ ਪਾਵਾਂਗੇ ਤਾਂ ਉਹ ਫਸਲ ਕਿੱਦਾਂ ਹੋਏਗੀ, ਉਹ ਤਾਂ ਖਰਾਬ ਹੋ ਜਾਏਗੀ। ਇਸ ਸਿਚੁਏਸ਼ਨ ਦੇ ਵਿੱਚ ਕੋਰਟ ਦੇ ਵਿੱਚ ਇੱਕ ਇੰਜੰਕਸ਼ਨ ਕੇਸ ਫਾਈਲ ਕੀਤਾ ਜਾ ਸਕਦਾ ਆ ਕਿ ਮੈਨੂੰ ਇਹ ਟਿਊਬਲ ਯੂਜ਼ ਕਰਨ ਤੋਂ ਨਾ ਰੋਕਿਆ ਜਾਵੇ, ਕਿਉਂਕਿ ਮੈਂ ਵੀ ਇੱਕ ਬਰਾਬਰ ਦਾ ਕੋਰਨਰ ਹਾਂ ਇਸ ਟਿਊਬਲ ਤੇ, ਮੇਰਾ ਵੀ ਉਸ ਪ੍ਰਾਪਰਟੀ ਦੇ ਅਕੋਰਡਿੰਗਲੀ ਬਰਾਬਰ ਦਾ ਰਾਈਟ ਆ ਜੀ। ਸੋ ਉਸ ਨੂੰ ਉਸ ਵਿੱਚ ਸੁਰੱਖਿਆ ਮਿਲ ਸਕਦੀ ਜੀ, ਰਾਈਟ। ਸੋ ਇੱਕ ਆਮ ਤੌਰ ਤੇ ਸਾਡੇ ਇਹ ਵੀ ਦੁਕਾਨ ਤੇ ਦੇਖਣ ਨੂੰ ਮਿਲਦਾ ਕਿ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਵੱਡਾ ਕਰਦੇ, ਪਾਲ ਪੋਸਦੇ ਜੀ, ਔਰ ਕਈ ਵਾਰੀ ਗੁੱਡ ਫੇਥ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੇ ਐਗਜ਼ਾਮਪਲਸ ਆ ਕਿ ਉਹ ਆਪਣੀ ਪ੍ਰਾਪਰਟੀ ਵੀ ਬੱਚਿਆਂ ਦੇ ਨਾਂ ਤੇ ਡਿਸਟ੍ਰੀਬਿਊਟ ਕਰਦੇ, ਬਾਅਦ ਦੇ ਵਿੱਚ ਬੱਚੇ ਜਿਹੜੇ ਆ ਮਾਂ ਪਿਓ ਦੀ ਸੇਵਾ ਨਹੀਂ ਕਰਦੇ ਜਾਂ ਉਹਨਾਂ ਨੂੰ ਟੇਕ ਕੇਅਰ ਨਹੀਂ ਕਰਦੇ। ਉਸ ਸੂਰਤ ਦੇ ਵਿੱਚ ਮਾਂ ਪਿਓ ਦੇ ਕੋਲ ਕੀ ਅਧਿਕਾਰ ਬਚਦੇ? ਹਾਂਜੀ ਸੰਜੀਵ ਜੀ, ਇਹ ਸਿਚੁਏਸ਼ਨ ਨਾ ਕਾਫੀ ਸਾਲਾਂ ਤੋਂ ਗਵਰਨਮੈਂਟ ਕੋ ਆ ਰਹੀ ਸੀ ਜੀ, ਔਰ ਗਵਰਨਮੈਂਟ ਨੇ ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ 2007 ਦੇ ਵਿੱਚ ਸੀਨੀਅਰ ਐਕਟ ਬਣਾਇਆ ਫॉर ਪਾਰਟਿਕੂਲਰ ਫॉर ਸੀਨੀਅਰ ਸਿਟੀਜ਼ਨਸ। ਉਸ ਐਕਟ ਦੇ ਵਿੱਚ ਕੀ ਹੈ ਸੰਜੀਵ ਜੀ, ਮੈਂ ਦੱਸਦਾ। ਪਹਿਲਾਂ ਕੀ ਹੁੰਦਾ ਸੀ, ਮਾਪਿਓ ਆਪਣੇ ਬੱਚਿਆਂ ਦੇ ਨਾਂ ਤੇ ਪ੍ਰਾਪਰਟੀ ਇਹ ਸੋਚ ਕੇ ਕਰ ਦਿੰਦੇ ਸੀ ਅਸੀਂ ਤਾਂ ਚਲੇ ਜਾਣਾ, ਸਾਡਾ ਕੀ ਪਤਾ, ਉਮਰ ਦੇ ਹਿਸਾਬ ਦੇ ਨਾਲ ਜਾਂ ਤਾਂ ਵਸੀਅਤ ਕਰ ਦਿੰਦੇ ਸੀ, ਜਾਂ ਕਿਸੇ ਵੇਲੇ ਕਿਸੇ ਨੇ ਲੋਨ ਲੈਣਾ ਹੁੰਦਾ ਆ, ਜਾਂ ਵੈਸੇ ਹੀ ਬੱਚਿਆਂ ਨੂੰ ਕਹਿ ਦਿੰਦੇ ਅਸੀਂ ਪ੍ਰਾਪਰਟੀ ਤੁਹਾਡੇ ਨਾਂ ਤੇ ਟ੍ਰਾਂਸਫਰ ਕਰ ਦਿੰਦੇ ਹਾਂ। ਜਦੋਂ ਪ੍ਰਾਪਰਟੀ ਮਿਲ ਜਾਂਦੀ ਸੀ ਤਾਂ ਬੱਚਿਆਂ ਦੀ ਨਿਗਾਹ ਬਦਲ ਜਾਂਦੀ ਸੀ ਜੀ, ਫॉर ਵਟ ਐਵਰ ਬੀ ਦ ਰੀਜ਼ਨ ਬਦਲ ਜਾਂਦੀ ਸੀ। ਉਸ ਸਿਚੁਏਸ਼ਨ ਦੇ ਵਿੱਚ ਕੀ ਹੁੰਦਾ ਸੀ, ਉਹ ਪ੍ਰਾਪਰਟੀ ਵੀ ਲੈ ਲੈਂਦੇ ਸੀ, ਆਪਣੇ ਮਾਪਿਆਂ ਨੂੰ ਬਾਹਰ ਵੀ ਕੱਢ ਦਿੰਦੇ ਸੀ, ਖਰਚਾ ਵੀ ਨਹੀਂ ਦਿੰਦੇ ਸੀ। ਉਸ ਸਿਚੁਏਸ਼ਨ ਦੇ ਵਿੱਚ 2007 ਦੇ ਵਿੱਚ ਐਕਟ ਆਇਆ, ਉਹਦੇ ਵਿੱਚ ਸੰਜੀਵ ਜੀ ਐਕਟ ਦੇ ਵਿੱਚ ਇੱਕ ਪ੍ਰੋਵੀਜ਼ਨ ਦਿੱਤੀ ਗਈ ਕਿ ਜੇ ਪ੍ਰਾਪਰਟੀ ਟ੍ਰਾਂਸਫਰ ਕੀਤੀ ਜਾਏਗੀ, ਉਹਦੇ ਵਿੱਚ ਇੱਕ ਸਪੈਸੀਫਿਕ ਕਲੌਜ਼ ਲਿਖ ਦਿੰਦੇ ਆ ਟ੍ਰਾਂਸਫਰ ਡੀਡ ਦੇ ਵਿੱਚ ਹੁਣ ਅੱਜ ਕੱਲ੍ਹ, ਕਿ ਜੇ ਮਾਪਿਓ ਦੀ ਸੇਵਾ ਨਹੀਂ ਕਰੇਗਾ ਤਾਂ ਇਹ ਪ੍ਰਾਪਰਟੀ ਰੀਟ੍ਰਾਂਸਫਰ ਹੋ ਜਾਏਗੀ, ਕਿਉਂਕਿ ਟ੍ਰਾਂਸਫਰ ਡੀਡ ਹੁੰਦੀ ਹੈ ਵਿਦਆਊਟ ਕੰਸੀਡਰੇਸ਼ਨ। ਕਿਉਂਕਿ ਗਵਰਨਮੈਂਟ ਨੇ ਇੱਕ ਟ੍ਰਾਂਸਫਰ ਡੀਡ ਦੀ ਪ੍ਰੋਵੀਜ਼ਨ ਲਿਆਂਦੀ ਸੀ ਕਿ ਟ੍ਰਾਂਸਫਰ ਡੀਡ ਹੁੰਦੀ ਹੈ ਸਿਰਫ ਖੂਨੀ ਰਿਸ਼ਤਿਆਂ ਦੇ ਵਿੱਚ। ਨਾਰਮਲੀ ਅਸੀਂ ਕਿਸੇ ਨੂੰ ਪ੍ਰਾਪਰਟੀ ਸੇਲ ਕਰਨੀ ਆ, ਸੇਲ ਡੀਡ ਹੁੰਦੀ ਆ, ਉਹਦੇ ਤੇ ਅਸਟਾਮ ਵਗੈਰਾ ਜ਼ਿਆਦਾ ਲੱਗਦਾ, ਗਵਰਨਮੈਂਟ ਦੀ ਫੀਸ ਜ਼ਿਆਦਾ ਹੈ ਜੀ। ਗਵਰਨਮੈਂਟ ਨੇ ਰਿਲੈਕਸ ਕਰਨ ਲਈ ਕਿ ਜੇ ਪ੍ਰਾਪਰਟੀਆਂ ਭਰਾ ਨੇ ਭਰਾ ਨੂੰ ਟ੍ਰਾਂਸਫਰ ਕਰਨੀ ਆ, ਮਾਪਿਓ ਨੇ ਖੂਨੀ ਰਿਸ਼ਤੇ ਟ੍ਰਾਂਸਫਰ ਕਰਨੀ ਆ, ਤਾਂ ਉਹਦੇ ਨੋਮੀਨਲ ਜੇ ਪੈਸੇ ਲੱਗਦੇ ਆ, ਕਿਉਂਕਿ ਉਹ ਵਿਦਆਊਟ ਕੰਸੀਡਰੇਸ਼ਨ ਹੁੰਦੀ ਆ, ਆਮ ਤੌਰ ਤੇ ਕਰਨੀਆਂ ਹੀ ਪੈਂਦੀਆਂ। ਇਸ ਸਿਚੁਏਸ਼ਨ 'ਚ ਉਹ ਪਾਰਟਿਕੂਲਰ ਫॉर ਟ੍ਰਾਂਸਫਰ ਡੀਡਸ ਜਿਹੜੀ ਕਿ ਵਿਦਆਊਟ ਕੰਸੀਡਰੇਸ਼ਨ ਕੀਤੀ ਜਾਂਦੀ ਹੈ, ਉਹ ਉਹਨਾਂ ਕੇਸਿਸ ਦੇ ਵਿੱਚ ਸੀਨੀਅਰ ਸਿਟੀਜ਼ਨਸ਼ਿਪ ਐਕਟ ਅਪਲਾਈ ਹੁੰਦਾ, ਪ੍ਰਾਪਰਟੀ ਰੀਟ੍ਰਾਂਸਫਰ ਹੋ ਜਾਂਦੀ ਮਾਪਿਓ ਨੂੰ ਜੀ। ਉਹ ਐਪਲੀਕੇਸ਼ਨ ਉਹਨਾਂ ਨੇ ਸਿਰਫ ਮੂਵ ਕਰਨੀ ਪੈਂਦੀ ਆ ਕੰਸਰਨਡ ਐਸਡੀਐਮ ਨੂੰ, ਸਬ ਡਿਵੀਜ਼ਨ ਮੈਜਿਸਟ੍ਰੇਟ। ਸਪੋਜ਼ ਉਹ ਬੱਚੇ ਨੇ ਅੱਗੇ ਪ੍ਰਾਪਰਟੀ ਸੇਲ ਕਰ ਦਿੱਤੀ ਜਾਂ ਉਹਦਾ ਕਿਤੇ ਹੋਰ ਇਸਤੇਮਾਲ ਹੋ ਗਿਆ, ਤਾਂ ਉਹ ਮਾਪਿਓ ਦੇ ਕੋਲ ਕਿਸ ਤਰ੍ਹਾਂ ਜੀ ਸੰਜੀਵ ਜੀ ਦੇਖੋ, ਇਹ ਨਾਰਮਲੀ ਕੀ ਹੁੰਦਾ, ਜਾਂ ਤੇ ਬੰਦੇ ਰੂਟੀਨ 'ਚ ਟ੍ਰਾਂਸਫਰ ਕਰ ਦਿੰਦੇ ਆ, ਜਾਂ ਜਦੋਂ ਮਾਪਿਓ ਨਾਲ ਡਿਸਪਿਊਟ ਆ ਜਾਂਦਾ ਉਹ ਬਾਈ ਵੇ ਆਫ ਸੇਲ ਡੀਡ ਵੀ ਟ੍ਰਾਂਸਫਰ ਕਰ ਦਿੰਦੇ, ਜਾਂ ਕਿਸੇ ਨੂੰ ਅੱਗੇ ਫਰਦਰ ਆਪਣੇ ਬੱਚੇ ਨੂੰ ਟ੍ਰਾਂਸਫਰ ਕਰ ਦਿੰਦੇ, ਤਾਂ ਇਹ ਸ਼ੋਅ ਕਰਦੇ ਆ ਕਿ ਪ੍ਰਾਪਰਟੀ ਤਾਂ ਸਾਡੇ ਕੋਲ ਰਹੀ ਨਹੀਂ, ਹੁਣ ਤੁਸੀਂ ਸਾਡੇ ਕੋਲ ਕਿੱਦਾਂ ਲਓਗੇ। ਫਿਰ ਕੰਸਰਨਡ ਐਸਡੀਐਮ ਕੋ ਪਾਵਰ ਆ ਕਿ ਉਸ ਕੰਸਰਨਡ ਜਿਹੜਾ ਤੀਸਰਾ ਬੰਦਾ ਆ ਜਿਹਨੂੰ ਪ੍ਰਾਪਰਟੀ ਟ੍ਰਾਂਸਫਰ ਕੀਤੀ ਆ, ਉਹਦੀ ਪ੍ਰਾਪਰਟੀ ਨੂੰ ਵੀ ਤੋੜ ਦਿਓ, ਟਾਈਟਲ ਨੂੰ ਤੋੜ ਦਿਓ, ਤੇ ਜੇ ਸੇਲ ਡੀਡ ਕੀਤੀ ਉਹ ਕੰਸਰਨਡ ਪਰਸਨ ਜਿਹੜਾ ਆ, ਉਹ ਜਿਹੜਾ ਓਰੀਜਨਲ ਕੋ ਖਰੀਦੀ ਹੈ ਬੇਟੇ ਕੋ ਜਾਂ ਬੇਟੀ ਕੋ, ਉਹ ਉਹਨਾਂ ਕੋ ਆਪਣਾ ਜੋ ਵੀ ਪੈਸਾ ਵਗੈਰਾ ਦਿੱਤਾ ਹੈ ਉਹ ਕਲੇਮ ਕਰ ਸਕਦਾ। ਸੋ ਕਿਤੇ ਨਾ ਕਿਤੇ ਸੀਨੀਅਰ ਸਿਟੀਜ਼ਨਸ ਨੂੰ, ਬਜ਼ੁਰਗਾਂ ਨੂੰ ਜਿਹੜਾ ਹੈ ਪ੍ਰਾਪਰਟੀ ਵਿੱਚ ਜਿਹੜਾ ਹੈ ਮਾਨਜੋ ਕੋਰਟਾਂ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਰਾਹਤ ਔਰ ਪ੍ਰੋਟੈਕਸ਼ਨ ਜਿਹੜੀ ਉਹ ਦਿੱਤੀ। ਸਰ ਮੈਂ ਆਮ ਤੌਰ ਤੇ ਸਾਡੇ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਝਗੜਾ ਹੋ ਜਾਂਦਾ, ਐਨਆਰਆਈ ਕੋਈ ਵਿਦੇਸ਼ ਤੋਂ ਆਇਆ ਹੋਇਆ, ਇੱਥੇ ਝਗੜਾ ਹੋ ਗਿਆ ਔਰ ਉਸ ਤੋਂ ਬਾਅਦ ਉਹ ਜਿਹੜਾ ਹੈ ਉਹ ਐਨਆਰਆਈ ਬਿਨਾਂ ਇੱਥੇ ਅਥਾਰਟੀਜ਼ ਨੂੰ ਇਨਫੋਰਮ ਕੀਤੇ ਵਿਦੇਸ਼ ਚਲਾ ਜਾਂਦਾ, ਉਹਨੂੰ ਇੱਥੇ ਭਗੌੜਾ ਜਿਹਨੂੰ ਅਸੀਂ ਪੀਓ ਕਹਿੰਦੇ ਆ, ਪੀਓ ਡਿਕਲੇਅਰ ਕਰਤਾ। ਮੀਨਵਾਈਲ ਪਿੱਛੋਂ ਪ੍ਰਾਪਰਟੀਆਂ ਦੇ ਝਗੜੇ ਵੀ ਸੌਰਟ ਆਊਟ ਹੋ ਜਾਂਦੇ, ਕਈ ਵਾਰੀ ਉਹ ਕੇਸ ਵੀ ਨਿਪਟਾਰਾ ਹੋ ਜਾਂਦਾ, ਖਤਮ ਹੋ ਜਾਂਦੇ ਆ, ਲੇਕਿਨ ਉਹ ਜਿਹੜਾ ਵਿਅਕਤੀ ਉਹ ਭਗੌੜੇ ਦਾ ਭਗੌੜਾ ਹੀ ਰਹਿੰਦਾ ਹੈ। ਉਹ ਜਦੋਂ ਵਾਪਸ ਆਉਣਾ ਚਾਹੇ ਤਾਂ ਉਹਦੇ ਵਾਸਤੇ ਕੀ ਸੁਵਿਧਾ, ਕੀ ਸਹੂਲਤ ਹੋ ਸਕਦੀ ਹੈ? ਜੀ ਇਹ ਆਮ ਤੌਰ ਤੇ ਪ੍ਰੋਬਲਮ ਆਉਂਦੀ ਹੈ ਜਿਹੜਾ ਤੁਸੀਂ ਕੁਐਸਚਨ ਜੀ। ਨਾਰਮਲੀ ਕੀ ਹੁੰਦਾ, ਝਗੜਾ ਹੋ ਜਾਂਦਾ ਹੈ, ਐਫ ਆਈ ਆਰ ਰਜਿਸਟਰ ਹੋ ਜਾਂਦੀ ਹੈ, ਉਹ ਬੰਦਾ ਆਪਣੇ ਆਪ ਨੂੰ ਬਚਾਉਣ ਲਈ ਵਿਦੇਸ਼ ਭੱਜ ਜਾਂਦਾ ਹੈ, ਜਾਂ ਬੰਦਾ ਜਦੋਂ ਵਿਦੇਸ਼ ਚਲੇ ਜਾਂਦਾ ਉਸ ਤੋਂ ਬਾਅਦ ਪਰਚਾ ਰਜਿਸਟਰ ਹੋ ਜਾਂਦਾ ਜੀ। ਉਸ ਸਿਚੁਏਸ਼ਨ 'ਚ ਕੀ ਹੈ, ਜੇ ਤਾਂ ਕੁਝ ਪਿੰਡ ਦੇ ਮੌਤਵਾਰਾਂ ਨੇ ਜਾਂ ਕੰਸਰਨਡ ਏਰੀਆ ਦੇ ਰਿਸਪੈਕਟੇਬਲਸ ਨੇ ਰਾਜੀਨਾਮਾ ਕਰਵਾ ਦਿੱਤਾ, ਜਾਂ ਪੁਲਿਸ ਨੇ ਉਸ ਪਰਚੇ ਨੂੰ ਫॉर द टाइम बिंग ਰਾਜੀਨਾਮਾ ਕਰਕੇ ਸੋਲਵ ਕਰਵਾਤਾ, ਜਿਹੜਾ ਕਿ ਪੁਲਿਸ ਕੋ ਕੁਝ ਕੇਸਿਸ ਦੇ ਵਿੱਚ ਅਖਤਿਆਰ ਹੁੰਦਾ ਹੈ, ਜਾਂ ਪਾਰਟੀਆਂ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਜੀ। ਬਟ ਸਿਚੁਏਸ਼ਨ ਕੀ ਆ ਜਾਂਦੀ ਆ, ਬੰਦਾ ਉਸ ਟਾਈਮ ਪੀਰੀਅਡ ਦੇ ਵਿੱਚ ਪ੍ਰੋਕਲੇਮ ਅਫੈਂਡਰ ਜਿਹਨੂੰ ਅਸੀਂ ਭਗੌੜਾ ਕਹਿੰਦੇ ਹੋ ਜਾਂਦਾ ਜੀ। ਹੁਣ ਬੰਦਾ ਆਉਣਾ ਚਾਹੁੰਦਾ ਇੰਡੀਆ, ਜੇ ਉਹਦਾ ਲੁੱਕ ਆਊਟ ਸਰਕੂਲਰ ਉੱਥੇ ਚਲਾ ਗਿਆ ਹੈ 에ਅਰਪੋਰਟ ਤੇ ਜੀ,
ਤੇ ਉਹਨੂੰ ਤਾਂ ਜਦੋਂ ਉਤਰੇਗਾ ਉਹਨੂੰ ਫੜ ਲੈਣਾ। ਹੁਣ ਉਸ ਸਿਚੁਏਸ਼ਨ ਦੇ ਵਿੱਚ ਉਹ ਬੰਦਾ ਕੀ ਕਰੇਗਾ, ਆਪਣੀ ਥਰੂ ਪਾਵਰ ਆਫ ਅਟਾਰਨੀ ਭੇਜੇਗਾ ਕੰਸਰਨਡ ਵਕੀਲ ਸਾਹਿਬ ਨੂੰ, ਆਪਣੇ ਜਿਹੜਾ ਵੀ ਕਾਉਂਸਲ ਕਰੇਗਾ, ਹਾਈ ਕੋਰਟ ਦੇ ਵਿੱਚ ਕੁਐਸ਼ਨ ਪਾ ਕੇ ਔਨ ਦੀ ਬੇਸਿਸ ਆਫ ਕੰਪਰੋਮਾਈਜ਼ ਉਹਨੂੰ ਰੱਦ ਕਰਵਾ ਸਕਦਾ ਜੀ। ਤੇ ਉਸ ਸਿਚੁਏਸ਼ਨ ਦੇ ਵਿੱਚ ਕੋਰਟ ਨੂੰ ਠੀਕ ਲੱਗੇ ਤਾਂ ਕੋਰਟ ਉਹਨੂੰ ਬੇਲ ਗ੍ਰਾਂਟ ਕਰ ਸਕਦੀ ਹੈ ਤਾਂ ਕਿ ਉਹ ਇੰਡੀਆ ਆ ਕੇ ਆਪਣਾ ਰਾਈਟ ਨੂੰ ਅਵੇਲ ਕਰ ਸਕੇ। ਔਰ ਇਹ ਨਾਰਮਲੀ ਕੇਸਿਸ ਦੇ ਵਿੱਚ ਹੁੰਦਾ ਆ ਜੀ। ਸੋ ਬਹੁਤ ਵੱਡੀ ਜਿਹੜੀ ਜਾਣਕਾਰੀ ਸਾਡੇ ਦਰਸ਼ਕਾਂ ਵਾਸਤੇ ਕਿ ਕਿਸ ਤਰੀਕੇ ਦੇ ਨਾਲ, ਕਿਉਂਕਿ ਇਹੋ ਜਿਹੇ ਮੁਕੱਦਮੇ ਅਕਸਰ ਸਾਨੂੰ ਦੇਖਣ ਨੂੰ ਮਿਲਦੇ ਔਰ ਉਹ ਲੋਕ ਜਿਹੜੇ ਵਿਦੇਸ਼ਾਂ ਵਿੱਚ ਕਈ ਵਾਰੀ ਉਹ ਪੀਓ ਦੇ ਤੌਰ ਦੇ ਉੱਤੇ ਬਹੁਤ ਲੰਬਾ ਸਮਾਂ ਗੁਜ਼ਾਰ ਦਿੰਦੇ, ਸੋ ਉਹਨਾਂ ਦੇ ਲਈ ਇਹ ਪ੍ਰੋਵੀਜ਼ਨਸ ਹੈਗੀਆਂ ਕਿ ਕਿਸ ਤਰੀਕੇ ਦੇ ਨਾਲ ਉਹ ਇਹਨਾਂ ਮੁਕੱਦਮਿਆਂ ਤੋਂ ਵੀ ਆਪਣੇ ਆਪ ਨੂੰ ਬਚਾ ਸਕਦੇ। ਸਰ, ਐਗਰੀਕਲਚਰ ਲੈਂਡ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤੇ ਅਸੀਂ ਆਮ ਤੌਰ ਤੇ ਦੇਖਦੇ ਹਾਂ ਪਿੰਡ ਵਿੱਚ ਸਾਂਝੀ ਜ਼ਮੀਨ ਸੀ 3 ਭਰਾਵਾਂ ਦੀ। ਹੁਣ ਜ਼ਮੀਨ ਜਿਹੜੀ ਉਹ ਟਰਾਂਸਫਰ ਹੋਣੀ ਹੈ, ਲੇਕਿਨ ਉਸ ਦੇ ਵਿੱਚ ਚੂੰਕਿ ਐਗਰੀਕਲਚਰ ਦੇ ਨਾਲ ਕੁਝ ਆਬਾਦੀ ਵੀ ਆ ਗਈ, ਤਾਂ ਉਸ ਸੂਰਤ ਦੇ ਵਿੱਚ ਜਿਹੜੀ ਜ਼ਮੀਨ ਹੈ ਉਸ ਨੂੰ ਕੌਣ ਸੈਟਲ ਕਰੇਗਾ, ਕਿਹੜੀਆਂ ਅਦਾਲਤਾਂ ਉਸ ਨੂੰ ਡੀਲ ਕਰਦੀਆਂ, ਉਹਦੇ ਬਾਰੇ ਵੀ ਸਾਡੇ ਦਰਸ਼ਕਾਂ। ਸੰਜੀਵ ਜੀ, ਤੁਸੀਂ ਜੀ ਕਿਸੇ ਵੀ ਪਿੰਡ 'ਚ ਜਾਓ, ਦੇਖੋ ਐਗਰੀਕਲਚਰ ਲੈਂਡ ਦੇ ਵਿੱਚ ਕੁਝ ਰਿਹਾਇਸ਼ੀ ਘਰ ਬਣ ਜਾਂਦੇ ਜੀ। ਨਾਰਮਲੀ ਜਿਨ੍ਹਾਂ ਕੋ ਜ਼ਿਆਦਾ ਪ੍ਰਾਪਰਟੀ ਹੁੰਦੀ ਹੈ, ਐਗਰੀਕਲਚਰ ਲੈਂਡ ਹੁੰਦੀ ਆ, ਉਹ ਉੱਥੇ ਹੀ ਆਪਣੀ ਕੋਠੀ, ਆਪਣਾ ਘਰ ਵਗੈਰਾ ਬਣਾ ਲੈਂਦੇ ਜੀ। ਜੇ ਐਗਰੀਕਲਚਰ ਲੈਂਡ ਨੂੰ ਤੁਸੀਂ ਟ੍ਰਾਂਸਫਰ ਦੀ ਪਾਰਟੀਸ਼ਨ ਕਰਨੀ ਆ ਤੇ ਤੁਹਾਨੂੰ ਮੈਂ ਸੰਜੀਵ ਜੀ ਦੱਸਿਆ ਨੈਬ ਤਹਿਸੀਲਦਾਰ ਰੈਵਨਿਊ ਅਫਸਰ ਕੋ ਤੁਹਾਨੂੰ ਜਾਣਾ ਪਏਗਾ, ਪਾਰਟੀਸ਼ਨ ਕੇਸ ਫਾਈਲ ਕਰਨਾ ਪਏਗਾ। ਉਹ ਪਾਰਟੀਸ਼ਨ ਕੇਸ ਐਗਰੀਕਲਚਰ ਲੈਂਡ ਨੂੰ ਕਰਨ ਲਈ ਸਿਰਫ ਰੈਵਨਿਊ ਕੋਰਟਸ ਕੋਈ ਪਾਵਰ ਹੈ ਜੀ। ਬਟ ਉਹਦੇ ਵਿੱਚ ਸਿਚੁਏਸ਼ਨ ਇਦਾਂ ਦੀ ਵੀ ਆ ਜਾਂਦੀ ਆ, ਕੁਝ ਪ੍ਰਾਪਰਟੀ ਹੈਗੀ ਆ ਆਬਾਦੀ ਜੀ, ਕੁਝ ਰੈਜ਼ੀਡੈਂਸ ਬਣੇ ਆ ਜਾਂ ਕੋਈ ਆਬਾਦੀ ਬਣੀ ਆ, ਜਾਂ ਤੇ ਉਹ ਕੰਸਰਨਡ ਤਹਿਸੀਲਦਾਰ ਰੈਵਨਿਊ ਆਫਿਸਰ उस आबादी वाली प्रॉपर्टी ਨੂੰ ਛੱਡ ਦੇਗਾ, क्योंकि रेवन्यू ऑफिसर को बिल्कुल भी पावर नहीं हैगी अकॉर्डिंग टू लॉ कि आबादी वाली प्रॉपर्टी ਦੀ ਵੰਡ ਕਰ ਸਕੇ। ਉਹਦੇ ਲਈ ਸਿਵਲ ਕੋਰਟ ਆਣਾ ਪਏਗਾ। ਐਗਰੀਕਲਚਰ ਲੈਂਡ ਦੀ ਤੁਸੀਂ ਆਪਣੀ ਰੈਵਨਿਊ ਆਫਿਸਰ ਕੋ ਕਰਵਾ ਲਓ ਤੇ ਜਿਹੜੀ ਹੈਗੀ ਆਬਾਦੀ ਵਾਲੀ ਉਹ ਤੁਸੀਂ ਸਿਵਲ ਕੋਰਟ 'ਚ ਕਰਵਾ ਲਓ। ਇਹਦੇ ਨਾਲ ਲਾਅ ਇਹ ਵੀ ਪਰਮਿਟ ਕਰਦਾ ਹੈ ਕਿ ਤੁਸੀਂ ਸਾਰੀ ਪ੍ਰਾਪਰਟੀ ਦੀ ਸਿਵਲ ਕੋਰਟ 'ਚ ਆ ਕੇ ਕਰਾ ਲਓ, ਪਰ ਸਾਰੀ ਪ੍ਰਾਪਰਟੀ ਦੀ ਤੁਸੀਂ ਰੈਵਨਿਊ ਆਫਿਸਰ ਕੋ ਨਹੀਂ ਕਰਵਾ ਸਕਦੇ। Revenue officer has no power to partition the land in any residential ਆਬਾਦੀ ਏਰੀਆ। ਜੀ ਸਰ, ਜਿਸ ਤਰ੍ਹਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਪ੍ਰਾਪਰਟੀ ਜਿਹੜੀ ਜੱਦੀ ਪੁਸ਼ਤੈਨੀ ਹੈ ਜੀ, ਬਾਪ ਦੇ ਕੋਲ ਪ੍ਰਾਪਰਟੀ, ਉਹਦੇ ਅੱਗੇ 3 ਬੱਚੇ ਜਾਂ ਅੱਗੇ ਪੀੜ੍ਹੀ ਅਗਲੀ ਜਿਹੜੀ ਹੈ ਜੀ, ਕੋਈ ਐਸੀ ਸਥਿਤੀ ਵੀ ਹੈ ਜਿਹਦੇ ਵਿੱਚ ਬਾਪ ਜਿਹੜਾ ਹੈ ਉਹ ਪ੍ਰਾਪਰਟੀ ਜਿਹੜੀ ਉਸ ਨੂੰ ਯੂਟਿਲਾਈਜ਼ ਕਰ ਸਕਦਾ, ਵੇਚ ਸਕਦਾ, ਲੇਕਿਨ ਪਰਿਵਾਰ ਦੀ ਸਹਿਮਤੀ ਜਿਹੜੀ ਉਹਦੇ ਨਾਲ ਹੋ। ਦੇਖੋ ਸੰਜੀਵ ਜੀ, ਸਾਡੇ ਹਿੰਦੂ ਸੁਕਸੈਸ਼ਨ ਐਕਟ ਦੇ ਵਿੱਚ ਉਹ ਕੰਸਰਨਡ ਬਾਪ ਜਿਹਨੂੰ ਪ੍ਰਾਪਰਟੀ ਐਂਸੈਸਟਰ ਪ੍ਰਾਪਰਟੀ ਆਈ ਆ ਆਪਣੇ ਫਾਦਰ ਤੋਂ, ਗ੍ਰੇਟ ਗ੍ਰੈਂਡਫਾਦਰ ਤੋਂ, ਉਹ ਸਾਡੇ ਹਿੰਦੂ ਸੁਕਸੈਸ਼ਨ ਐਕਟ ਦੇ ਵਿੱਚ, ਹਿੰਦੂ ਲਾਅ ਦੇ ਵਿੱਚ ਉਹਨੂੰ ਕਰਤਾ ਕਿਹਾ ਜਾਂਦਾ ਹੈ। ਕਰਤਾ ਮੀਨਸ ਕਿ ਉਹ ਜਿਹੜਾ ਕੰਸਰਨਡ ਹੈਡ ਆਫ ਦੀ ਫੈਮਿਲੀ ਜੀ, ਉਹ ਹੈਡ ਆਫ ਦੀ ਫੈਮਿਲੀ ਆਪਣਾ ਸ਼ੇਅਰ ਤੇ ਤੁਹਾਨੂੰ ਮੈਂ ਆਲਰੇਡੀ ਦੱਸਿਆ, ਆਪਣਾ ਸ਼ੇਅਰ ਤਾਂ ਉਹ ਡਿਸਪੋਜ਼ ਆਫ ਕਰ ਸਕਦਾ ਇਨ ਐਨੀ ਮੈਨਰ, ਬਟ ਉਹ ਕਿਸੇ ਦਾ ਆਪਣੇ ਬੱਚਿਆਂ ਦਾ ਸ਼ੇਅਰ ਵੀ 3 ਸਿਚੁਏਸ਼ਨ ਦੇ ਵਿੱਚ ਜੀ ਯੂਟਿਲਾਈਜ਼ ਕਰ ਸਕਦਾ, ਸੇਲ ਕਰ ਸਕਦਾ ਹੈ। ਫੋਰ ਐਗਜ਼ਾਮਪਲ ਲੀਗਲ ਨੈਸੈਸਿਟੀ ਮੀਨਸ ਕਿ ਕੋਈ ਇਹੋ ਜਿਹੀ ਫੈਮਿਲੀ ਨੂੰ ਨੈਸੈਸਿਟੀ ਆ ਗਈ ਆ ਜੀ, ਜਾਂ ਕਿਸੇ ਫੈਮਿਲੀ ਤੇ ਇਹੋ ਜਿਹੀ ਕੋਈ ਝੂਠੀ ਲਿਟੀਗੇਸ਼ਨ ਪੈ ਗਈ ਆ, ਉਹਨੂੰ ਬਚਾਉਣ ਲਈ ਪ੍ਰਾਪਰਟੀ ਵੇਚਣੀ ਪਏਗੀ, ਵਕੀਲ ਨੂੰ ਫੀਸ ਦੇਣ ਲਈ ਜਾਂ ਕਿਸੇ ਤਰ੍ਹਾਂ ਦਾ ਕੋਈ ਖਰਚਾ ਕਰਨ ਲਈ। ਦੂਜਾ ਹੈਗਾ ਆ ਬੈਨੀਫਿਟ ਆਫ ਅ ਸਟੇਟ। ਬੈਨੀਫਿਟ ਆਫ ਅ ਸਟੇਟ, ਸਪੋਜ਼ ਕਿ ਜਿਹੜੀ ਪ੍ਰਾਪਰਟੀ ਐਂਸੈਸਟਰ ਪ੍ਰਾਪਰਟੀ ਆ ਉਹਦੀ ਵੈਲਿਊ 5 ਲੱਖ ਆ, ਉਹਦੇ ਏਵਜ ਜਿਵੇਂ ਸਾਨੂੰ 25 ਲੱਖ ਪ੍ਰਾਪਰਟੀ ਦੀ ਵੈਲਿਊ ਮਿਲ ਰਹੀ ਆ, ਉਹ ਬੈਨੀਫਿਟ ਆਫ ਅ ਸਟੇਟ। ਜਾਂ ਜਿਹੜੀ ਪ੍ਰਾਪਰਟੀ ਆ ਇਹੋ ਜਿਹੀ ਸਿਚੁਏਸ਼ਨ ਆਈ ਨਹੀਂ, ਉਹ ਪ੍ਰਾਪਰਟੀ ਦੀ ਵੈਲਿਊ ਬਿਲਕੁਲ ਹੀ ਖਤਮ ਹੋ ਜਾਣੀ, ਡਿਮਿਨਿਸ਼ ਹੋ ਜਾਣੀ ਹੈ, ਉਸ ਸਿਚੁਏਸ਼ਨ ਦੇ ਵਿੱਚ ਵੀ ਫॉर द ਪਰਪਸ ਆਫ ਬੈਨੀਫਿਟ ਆਫ ਅ ਸਟੇਟ ਵੀ ਕਰ ਸਕਦਾ ਹੈ। ਤੀਸਰੀ, ਫॉर द ਡਿਸਚਾਰਜ ਆਫ ਇੰਡਿਸਪੈਂਸੇਬਲ ਡਿਊਟੀਜ਼। ਜੀ, ਇਹ ਤਿੰਨੋਂ ਵਰਡ ਜਿਹੜੇ ਮੈਂ ਯੂਜ਼ ਕੀਤੇ ਆ ਇਹ ਸਾਡੇ ਹਿੰਦੂ ਲਾਅ ਦੇ ਵਿੱਚ ਹੈਗੇ ਆ, ਔਰ ਆਨਰੇਬਲ ਸੁਪਰੀਮ ਕੋਰਟ ਨੇ। ਔਰ ਸਾਡਾ ਜਦੋਂ ਇੰਡੀਆ ਬਣਿਆ, ਇਸ ਤੋਂ ਪਹਿਲਾਂ ਅਸੀਂ ਗੁਲਾਮ ਸਿੰਘ ਅੰਗਰੇਜ਼ਾਂ ਦੇ ਸਾਂਝਾ ਭਾਰਤ ਸੀ ਜੀ, ਤੇ ਉਦੋਂ ਇੱਕ ਪ੍ਰੀਵੀ ਕਾਉਂਸਲ ਹੁੰਦੀ ਸੀ, ਜਿੱਦਾਂ ਸਾਡੇ ਸੁਪਰੀਮ ਕੋਰਟ ਹਾਈਐਸਟ ਕੋਰਟ ਸੀ, ਪ੍ਰੀਵੀ ਕਾਉਂਸਲ ਜਿਹੜੀ ਕਿ ਇੰਗਲੈਂਡ 'ਚ ਸੀ। ਪ੍ਰੀਵੀ ਕਾਉਂਸਲ ਦਾ ਡਿਸੀਜਨ ਵੀ ਅੱਜ ਹੀ ਫੋਲੋ ਹੋ ਰਿਹਾ ਜੀ। ਉਹਨਾਂ ਨੇ ਪ੍ਰੀਵੀ ਕਾਉਂਸਲ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਆ 3 ਚੀਜ਼ਾਂ, ਫॉर ਲੀਗਲ ਨੈਸੈਸਿਟੀ, ਫॉर ਬੈਨੀਫਿਟ ਆਫ ਅ ਸਟੇਟ ਐਂਡ ਫॉर ਡਿਸਚਾਰਜ ਆਫ ਇੰਡਿਸਪੈਂਸੇਬਲ ਡਿਊਟੀਜ਼, ਇਨ 3 ਸਿਚੁਏਸ਼ਨ ਦੇ ਵਿੱਚ ਕਰਤਾ ਆਪਣੇ ਸ਼ੇਅਰ ਦੇ ਨਾਲ ਆਪਣੇ ਬਾਕੀ ਕੋ-ਪਾਰਸਨ ਦਾ ਸ਼ੇਅਰ ਵੀ ਡਿਸਪੋਜ਼ ਆਫ ਕਰ ਸਕਦਾ ਹੈ ਜਾਂ ਪ੍ਰਾਪਰਟੀ ਨੂੰ ਮੌਰਗੇਜ ਕਰ ਸਕਦਾ ਹੈ।
ਸੋ ਬੜੀ ਮੁੱਢਲੀ ਜਾਣਕਾਰੀ ਜਿਹੜੀ ਤੁਸੀਂ ਦਿੱਤੀ। ਸੋ ਸਾਡੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ, ਕੀ ਸੰਦੇਸ਼ ਦੇਣਾ ਚਾਹੋਗੇ ਤਾਂ ਕਿ ਉਹ ਵਿਦੇਸ਼ 'ਚ ਰਹਿੰਦੇ ਹੋਏ ਆਪਣੀਆਂ ਪ੍ਰਾਪਰਟੀਆਂ ਨੂੰ ਸੇਵ ਰੱਖ ਸਕਣ, ਉਹਨਾਂ ਨੂੰ ਸਿਕਿਉਰ ਫੀਲ ਕਰ ਸਕਣ? ਸੋ ਕੀ ਮੈਸੇਜ ਜਿਹੜਾ ਮੇਰਾ ਇਹੀ ਮੈਸੇਜ ਹੈ ਸਾਰੇ NRA ਭਰਾਵਾਂ ਨੂੰ ਕਿ ਜੇ ਤਾਂ ਤੁਸੀਂ ਇੰਡੀਆ ਆ ਕੇ ਆਪਣੀ ਪ੍ਰਾਪਰਟੀ ਛੁਡਾ ਸਕਦੇ ਹੋ, ਆਪਣੀ ਪ੍ਰਾਪਰਟੀ ਦੀ ਪਾਰਟੀਸ਼ਨ ਕਰਵਾ ਸਕਦੇ ਹੋ, ਤੁਸੀਂ ਆਓ। ਜੇ ਕਿਸੇ ਕਾਰਨ ਤੁਸੀਂ ਨਹੀਂ ਆ ਸਕਦੇ, ਜਿਹੜਾ ਵੀ ਤੁਹਾਡਾ ਯਕੀਨ ਵਾਲਾ ਬੰਦਾ ਆ ਉਹਨੂੰ ਸਪੈਸ਼ਲ ਪਾਵਰ ਆਫ ਅਟਾਰਨੀ ਭੇਜੋ, ਔਰ ਉਹ ਪਾਵਰ ਆਫ ਅਟਾਰਨੀ ਸਿਰਫ ਫॉर ਦੀ ਪਰਪਸਿਸ ਆਫ ਫਾਈਲਿੰਗ ਕੇਸ, ਉਸ ਕੇਸ ਨੂੰ ਕੰਟੈਸਟ ਕਰਨ ਲਈ ਭੇਜੋ ਤਾਂ ਕਿ ਤੁਸੀਂ ਆਪਣੀ ਪ੍ਰਾਪਰਟੀ ਨੂੰ ਵਾਪਸ ਲੈ ਸਕੋ। ਔਰ ਮੈਂ ਸੰਜੀਵ ਜੀ ਗੱਲ ਹੋਰ ਦੱਸਣਾ, ਮੈਸੇਜ ਤੁਹਾਡੇ ਰਾਹੀਂ ਦੇਣਾ ਚਾਹੁੰਦਾ ਹਾਂ ਕਿ ਇਹਨਾਂ ਨੇ ਗਵਰਨਮੈਂਟ ਵੀ ਇਹਦੇ ਪ੍ਰਤੀ ਕਾਫੀ ਧਿਆਨ ਦੇ ਰਹੀ ਹੈ। ਗਵਰਨਮੈਂਟ ਨੇ DRO ਕੋਰਟਸ, ਡਿਸਟ੍ਰਿਕਟ ਰੈਵਨਿਊ ਆਫਿਸਰ ਕੋਰਟ ਦੀ ਨੋਟੀਫਿਕੇਸ਼ਨ ਵੀ ਕੀਤੀ ਹੋਈ ਆ ਫॉर ਸਪੈਸ਼ਲੀ ਫॉर NRI, ਤੇ NRI ਆਪਣੀ ਪ੍ਰਾਪਰਟੀਆਂ ਨੂੰ ਤਾਂ ਕਿ ਬਚਾ ਸਕਣ, ਕੋਈ ਵੀ ਜਿਹੜੇ ਚਲਾਕ ਬੰਦੇ ਆ, ਸ਼ਰੀਊਡ ਬੰਦੇ ਆ, ਉਹ ਪ੍ਰਾਪਰਟੀਆਂ ਤੇ ਕਬਜ਼ਾ ਨਾ ਕਰ ਸਕਣ। ਬਹੁਤ ਸ਼ੁਕਰੀਆ। ਔਰ ਸਾਨੂੰ ਇੰਤਜ਼ਾਰ ਰਹੇਗਾ ਦਰਸ਼ਕਾਂ ਦੇ ਫੀਡਬੈਕ ਦਾ। ਆਸ ਕਰਦੇ ਹਾਂ ਕਿ ਦਰਸ਼ਕ ਇਸ ਭਰਪੂਰ ਜਾਣਕਾਰੀ ਜਿਹੜੀ ਹੈ ਉਸ ਦਾ ਲਾਭ ਉਠਾਉਣਗੇ ਔਰ ਆਪਣੀਆਂ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਨੂੰ ਜਲਦੀ ਉਹਨਾਂ ਦਾ ਨਿਰਾਕਰਨ ਕਰ ਸਕਣਗੇ। ਸਾਡੇ ਨਾਲ ਗੱਲਬਾਤ ਲਈ ਬਹੁਤ ਸ਼ੁਕਰੀਆ। ਥੈਂਕ ਯੂ।